ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਹਰ ਸਾਲ ਵਾਲੀ ਇਸ ਰਸਮ ਅਦਾਇਗੀ ਦਾ ਦਿਨ ਵੀ ਆਉਣਾ ਹੁੰਦਾ ਸੋ ਆ ਗਿਆ। ਪੰਜਾਬ ਦਾ ਬਜਟ ਤੁਹਾਡੇ ਸਾਹਮਣੇ ਹੈ। ਵੱਡੀਆਂ ਵੱਡੀਆਂ ਰਕਮਾਂ ਹੁੰਦੀਆਂ ਹਨ, ਹਜ਼ਾਰਾਂ ਕਰੋੜਾਂ ਵਾਲੀਆਂ, ਤੇ ਦਾਸ ਨੇ ਤੇ ਕਦੀ ਇੰਨਾ ਪੈਸਾ ਵੇਖਿਆ ਹੀ ਨਹੀਂ। ਇਸ ਲਈ ਸਮਝਣ ਲਈ ਵਿੱਤ ਮੰਤਰੀ ਦੀ ਲੰਮੀ ਸਾਰੀ ਤਕਰੀਰ ਬਿਨਾਂ ਉਂਗਿਆਂ ਸੁਣੀ, ਫਿਰ ਸੰਪਾਦਕੀ ਛਾਨਣੀਆਂ ਵਿੱਚੋਂ ਛਣ ਕੇ ਆਈਆਂ ਅਖਬਾਰੀ ਸੁਰਖੀਆਂ ਵੀ ਸਾਰੀਆਂ ਬੜੇ ਧਿਆਨ ਨਾਲ ਪੜ੍ਹੀਆਂ ਨੇ। ਟੀਵੀ ਉੱਤੇ ਡਿਬੇਟ ਕਰਨਾ ਸੀ ਸੋ ਵਕਤ ਖਰਚਿਆ ਤੇ ਫਿਰ ਸਰਕਾਰ ਦਾ ਇਸ਼ਤਿਹਾਰ ਆ ਗਿਆ। ਇਹ ਸਰਕਾਰ ਦਾ ਇਸ਼ਤਿਹਾਰ ਹੈ ਪੂਰੇ ਪੰਨੇ ਦਾ, तमाम ਅਖਬਾਰਾਂ ਦੇ ਵਿੱਚ। ਆਮ ਲੋਕਾਂ ਦਾ ਬਜਟ। ਹੁਣ ਅਸਲੀ ਗੱਲ ਸਮਝ ਆਈ ਹੈ। ਸਰਕਾਰੀ ਇਸ਼ਤਿਹਾਰਾਂ ਅਤੇ ਅਖਬਾਰੀ ਸੁਰਖੀਆਂ ਜਾਂ ਖਬਰੀ ਚੈਨਲਾਂ ਦੇ ਡਿਬੇਟਾਂ ਵਿੱਚ ਹੁਣ ਕੋਈ ਤਸਾਦੁਮ ਨਹੀਂ ਰਹਿ ਗਿਆ, ਇਤਫਾਕ ਹੋ ਗਿਆ। ਇਸ਼ਤਿਹਾਰ ਅਤੇ ਖਬਰ ਦੇ ਵਿੱਚ ਇੱਕ ਸੁਰਤਾ ਆ ਗਈ ਹੈ, ਜੁਗਲਬੰਦੀ ਦਾ ਕੋਈ ਜੁਗਾੜ ਬਣ ਗਿਆ। ਅਖਬਾਰੀ ਸੁਰਖੀਆਂ ਅਤੇ ਸਰਕਾਰੀ ਇਸ਼ਤਿਹਾਰ ਇੱਕੋ ਹੀ ਕਥਾ ਕਹਿ ਰਹੇ ਹਨ ਕਿ ਸਾਰਾ ਫੋਕਸ ਖੇਤੀਬਾੜੀ, ਸਿੱਖਿਆ ਅਤੇ ਸਿਹਤ ਉੱਤੇ ਹੈ। ਖਬਰਾਂ ਸਾਰੀਆਂ ਖੁਸ਼ਨੁਮਾਈ ਹਨ, ਨਵਾਂ ਕੋਈ ਟੈਕਸ ਨਹੀਂ ਲੱਗਿਆ, ਫਿਰ ਵੀ ਸਰਕਾਰ ਦੀ ਇਨਕਮ ਬਹੁਤ ਵੱਧ ਗਈ ਹੈ। ਬਜਟ 2 ਲੱਖ ਕਰੋੜ ਦੇ ਆਸ-ਪਾਸ ਢੁਕਣ ਲੱਗਾ ਹੈ। ਖੇਤੀ ਦਾ ਬਜਟ 20% ਵਧਾ ਦਿੱਤਾ ਹੈ, ਸਿਹਤ ਦਾ 11% ਵਧਾ ਦਿੱਤਾ ਹੈ, ਸਿੱਖਿਆ ਦਾ 12% ਵਧਾ ਦਿੱਤਾ ਹੈ। ਫ੍ਰੀ ਬਿਜਲੀ ਦਾ ਮਜ਼ਾ ਹੁਣ ਖੇਤਾਂ, ਟਿਊਬਵੈੱਲਾਂ 'ਤੇ ਵੀ ਹੈ ਤੇ ਪੇਂਡੂ ਸ਼ਹਿਰੀ ਘਰਾਂ ਵਿੱਚ ਵੀ ਹੈ। ਬਾਕੀ ਨਵੇਂ ਕਲੀਨਿਕ, ਮੈਡੀਕਲ ਕਾਲਜ, ਜੱਚਾ ਬੱਚਾ ਹਸਪਤਾਲ ਖੁੱਲ੍ਹਣ ਲੱਗੇ ਹਨ। ਮਾਫੀਆ ਦਾ ਸਫਾਇਆ ਹੋ ਰਿਹਾ ਹੈ। ਉਹ ਰੇਤੇ ਬਜਰੀ ਦਾ ਰੌਲਾ ਪੈਂਦਾ ਸੀ, ਰੇਤਾ ਬਜਰੀ ਤਾਂ ਹੁਣ ਮੋਬਾਈਲ ਉੱਤੇ ਐਪ ਤੋਂ ਆਰਡਰ ਕਰਿਆ ਘਰੇ ਛੱਡ ਜਾਇਆ ਕਰਨਗੇ ਸਾਈਂ। ਪਿੰਡਾਂ ਵਿੱਚ ਹੋਣਗੇ ਕਿਸਾਨ ਮਿੱਤਰ ਤੇ ਪੰਜਾਬ ਵਿੱਚ ਬਸ ਇੰਤਜ਼ਾਰ ਕਰੋ, ਰਿਸਰਚ ਜਾਰੀ ਹੈ। ਭੋਰਾ ਕੋ ਹੋਰ ਇੰਤਜ਼ਾਰ ਕਰੋ ਤੇ ਚੌਹੀਂ ਪਾਸੇ ਸੇਬਾਂ ਦੇ ਬਾਗ ਲੱਗਣ ਵਾਲੇ ਨੇ। ਵਾਅਦਾ ਸਰਕਾਰੀ ਹੈ, ਖਬਰੀ ਵੀ ਹੈ, ਇਸ਼ਤਿਹਾਰੀ ਵੀ ਹੈ। ਸੱਚਾਈ ਸਮਝਣ ਲਈ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਉਮਰ ਇਹਨਾਂ ਅੰਕੜਿਆਂ ਨਾਲ ਗੁੱਥਮ ਗੁੱਥਾ ਹੁੰਦਿਆਂ ਬਿਤਾਈ ਹੈ, ਸਰਕਾਰਾਂ ਦੀਆਂ ਪਾਲਿਸੀਆਂ ਨੂੰ, ਤੇ ਫਿਰ ਸਾਡੇ ਘਰੀ ਤਾਂ ਤੁਹਾਡੇ ਚੁੱਲ੍ਹਿਆਂ 'ਤੇ ਆ ਕੇ ਉਹ ਪਾਲਿਸੀਆਂ ਕਿਵੇਂ ਨੱਚਦੀਆਂ ਨੇ, ਕਿਵੇਂ ਭੁੱਖ ਦਾ ਨਾਚ ਹੁੰਦਾ, ਕਿਵੇਂ ਖੇਤਾਂ ਦੇ ਵਿੱਚ ਸਟੈਗਨੇਸ਼ਨ ਦਿਖਾਈ ਦਿੰਦੀ ਹੈ, ਕਿਵੇਂ ਪੰਜਾਬ ਦੀ ਇੰਡਸਟਰੀ ਇਸ ਬਜਟ ਨੂੰ ਗੋਲਦੀ ਹੈ। ਇਸ ਸਭ ਨੂੰ ਬੜੀ ਨੇੜਿਓਂ ਪੜ੍ਹਦੇ ਨਜਿੱਠਦੇ ਆ ਰਹੇ ਨੇ। ਡਾਕਟਰ ਗਰਗ, ਇੱਕ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਇੱਥੇ ਸ਼ਮੂਲੀਅਤ ਕਾਰਨ ਮੈਨੂੰ ਬਹੁਤ ਸਾਰੇ ਅੰਕੜੇ ਨਾ ਪੜ੍ਹਨ ਦਾ ਵੀ ਸੁਭਾਗ ਪ੍ਰਾਪਤ ਹੋਇਆ। ਮੈਨੂੰ ਲੱਗਾ ਵੀ ਉਹ ਕੰਮ ਤੁਸੀਂ ਕਰ ਆਓਗੇ। ਇਕੱਲਿਆਂ ਮੈਂ ਤੁਹਾਨੂੰ ਤਾਂ ਬੁਲਾਇਆ, ਜਿਵੇਂ ਕਲਾਸ 'ਚ ਵਿਦਿਆਰਥੀ ਮਾੜਾ ਹੁੰਦਾ ਨਾ ਤੇ ਟੀਚਰ ਕਹਿੰਦੇ ਇਹਨੂੰ ਐਕਸਟਰਾ ਅਟੈਂਸ਼ਨ ਦੀ ਲੋੜ ਹੈ ਜਾਂ ਮੇਰੇ ਕੋਲ ਆ ਕੇ ਟਿਊਸ਼ਨ ਪੜ੍ਹ ਲਿਆ ਕਰ। ਮੈਨੂੰ ਲੱਗਾ ਮੈਂ ਅੱਜ ਇਕੱਲੇ ਹੀ ਬੈਠਾ ਤੁਹਾਡੇ ਨਾਲ। ਤੁਸੀਂ ਤਾਂ ਹੀ ਕਰ ਰਹੇ ਸੀ ਐਕਸਟਰਾ ਅਟੈਂਸ਼ਨ ਦੀ ਗੱਲ। ਐਕਸਟਰਾ ਅਟੈਂਸ਼ਨ ਤੁਸੀਂ ਮੈਨੂੰ ਪੂਰੀ ਇਸ ਤਰ੍ਹਾਂ ਸਮਝਾਉਣਾ ਜਿਸ ਤਰ੍ਹਾਂ ਕੋਈ ਨਲਾਇਕ ਵਿਦਿਆਰਥੀ ਨੂੰ ਸਮਝਾਉਂਦਾ। ਇਹ ਦੱਸੋ ਵੀ ਇਹ ਜਿਹੜਾ ਇੱਕ ਸੁਰਤਾ ਆਈ ਹੈ, ਇਹ ਮੇਰੇ ਕੋਲ ਇੰਡੀਅਨ ਐਕਸਪ੍ਰੈਸ ਹੈ, ਫੋਕਸ ਔਨ ਐਗਰੀਕਲਚਰ, ਐਜੂਕੇਸ਼ਨ, ਹੈਲਥ, ਨੋ ਨਿਊ ਟੈਕਸਿਸ। ਹਿੰਦੁਸਤਾਨ ਟਾਈम्स, ਬਿਗ ਪੁਸ਼ ਫॉर ਐਗਰੀਕਲਚਰ, ਐਜੂਕੇਸ਼ਨ, ਹੈਲਥ। टाइम्स ऑफ इंडिया, फोकसेस ऑन एग्रीकल्चर, हेल्थ, एजुकेशन। ट्रिब्यून, एग्रीकल्चर, हेल्थ, एजुकेशन प्रायोरिटी हो गए ने। ये मतलब एक तो पता नहीं है हैडलाइना सारे अखबारों च घूम के स्कूटर पर कोई बंदा लिखन चला गया रात को, या सचमुच इन्नी एक सुरत आ गई है। सब तो पहले स्पष्ट कर दो कि प्राइमरी फोकस इंडीड एग्रीकल्चर, हेल्थ ते एजुकेशन ते है कि असी पंजाब दे विच उस सुपनिਆਂ ਦਾ बजट हुण देख लिया ਜਿਹਦੇ ਵਿੱਚ ਅਸੀਂ ਕਦੀ ਸੋਚਦੇ ਸੀ ਕਿ ਕੋਈ ਸਰਕਾਰ ਆਏਗੀ ਜਿਹੜੀ ਸਿਰਫ ਐਜੂਕੇਸ਼ਨ, ਹੈਲਥ ਤੇ ਖੇਤੀਬਾੜੀ ਦੇ ਉੱਤੇ ਫੋਕਸ ਕਰੇਗੀ। How true are these headlines? 1,96,000 ਕਰੋੜ ਦੇ ਬਜਟ ਦੇ ਵਿੱਚੋਂ 37,000 ਕਰੋੜ ਇਹਨਾਂ ਸਾਰਿਆਂ ਵਾਸਤੇ ਹੈ। 36,000 ਕਰੋੜ ਹੋ ਗਏ ਜੇ ਫੋਕਸ ਹੈ ਤੇ ਫਿਰ ਬਾਕੀ ਕੀ। ਔਰ ਇਹ ਵੀ ਜਿਹਦੇ ਚ ਐਗਰੀਕਲਚਰ ਕਹਿੰਦੇ ਨੇ ਉਹ ਚ ਸਹਿਕਾਰਤਾ ਵੀ ਸ਼ਾਮਲ ਹੈ, ਉਹਦੇ ਵਿੱਚ ਕੋਆਪਰੇਟਿਵ ਦਾ ਵੀ ਕੋਆਪਰੇਟਿਵ ਵੀ ਸ਼ਾਮਲ ਹੈ, ਉਹ ਚ ਬਾਗਬਾਨੀ ਵੀ ਸ਼ਾਮਲ ਹੈ, ਉਹਦੇ ਚ ਐਲਾਈਡ, ਉਹਦੇ ਜੰਗਲਾਤ ਵੀ ਸ਼ਾਮਲ ਹੈ, ਐਗਰੀਕਲਚਰ ਪਲੱਸ ਐਲਾਈਡ ਸੈਕਟਰ ਹੈ। ਹਾਂ, ਉਹਦੇ ਜੰਗਲਾਤ ਵੀ ਸ਼ਾਮਲ ਹੈ, ਉਹਦੇ ਚ ਮੱਛੀ ਪਾਲਣ ਵੀ ਸ਼ਾਮਲ ਹੈ। ਸੋ ਇਸ ਕਰਕੇ ਇਹ ਕਈ ਵਾਰੀ ਨਾ ਅੰਕੜੇ ਇਸ ਤਰੀਕੇ ਨਾਲ ਭਿੱਖ ਪਾਓ, ਪਰ ਫਿਰ ਵੀ ਇਹ ਸਾਰਾ ਕੁਝ ਸ਼ਾਮਲ ਕਰਕੇ ਵੀ ਆਪਾਂ ਦੇਖ ਲੈਂਦੇ ਹਾਂ। ਦੇਖੋ ਹੈਡਲਾਈਨ ਅਖਬਾਰ ਵਾਲੇ ਦਾ ਹੱਕ ਹੈ ਲਾਉਣਾ, ਉਹਨੇ ਕਿਵੇਂ ਲਾਈ ਹੈ। ਮੈਂ ਤਾਂ ਫਰਜ਼ ਸਮਝਦਾ ਸੀ ਕਿ ਹੈਡਲਾਈਨ ਠੀਕ ਲਾਣਾ, ਪਰ ਤੁਸੀਂ ਹੱਕ ਸਮਝ ਲਓ। ਠੀਕ ਹੈ, ਹਾਂ, ਮੈਂ ਇਹ ਸਮਝਦਾ ਵੀ ਉਹਦਾ ਹੱਕ ਹੈ ਜੀ। ਫਰਜ਼ ਉਹਦਾ ਇਹ ਹੈ ਕਿ ਉਹ ਠੀਕ ਲਾਵੇ ਜੀ, ਹੱਕ ਹੈ ਉਹਦਾ ਕੀ ਲਾਵੇ ਜੀ, ਦੋਵਾਂ 'ਚ ਫਰਕ ਹੈ। ਬਿਲਕੁਲ। ਸੋ ਇਹ ਉਹਨਾਂ ਦਾ ਹੱਕ ਹੈ ਜੋ ਉਹਨਾਂ ਨੇ ਲਾਤੀ। ਪਰ ਆਪਾਂ ਦੇਖ ਲੈਂਦੇ ਹਾਂ ਐਗਰੀਕਲਚਰ ਨੂੰ। ਐਗਰੀਕਲਚਰ ਦੇ ਵਿੱਚ 13,888 ਕਰੋੜ ਦਾ ਬਜਟ ਰੱਖਿਆ। ਬਿਲਕੁਲ। ਉਹਦੇ ਚੋਂ 9331 ਕਰੋੜ ਬਿਜਲੀ ਦੀ ਸਬਸਿਡੀ ਹੈ ਜੀ, ਜਿਹੜੀ ਪਹਿਲਾਂ ਦਿੱਤੀ ਜਾ ਰਹੀ ਹੈ। ਠੀਕ ਹੈ। ਤੇ ਫਿਰ ਐਗਰੀਕਲਚਰ ਨੂੰ ਤਾਂ 4500 ਕਰੋੜ ਰਹਿ ਗਿਆ, 4,500 ਕਰੋੜ ਬਚ ਗਿਆ।
ਉਹ 4500 ਕਰੋੜ ਤੋਂ 1000 ਕਰੋੜ ਕਹਿੰਦੇ ਅਸੀਂ ਖੋਜ ਕਰਾਂਗੇ ਵੀ ਕਿਵੇਂ ਕੰਮ ਕਰਨਾ ਹੈ, ਇਹ ਹੈ ਉਹ ਹੈ, ਅਸੀਂ 1000 ਮਿੱਤਰ ਭਰਤੀ ਕਰਾਂਗੇ। ਬਾਕੀ ਕਮਿਟਡ ਸਾਰੇ ਖਰਚੇ ਵੀ ਉਹਦੇ ਬਾਕੀ ਚ ਜਾਣੇ ਆ। ਕਮਿਟਡ ਖਰਚੇ ਵੀ ਜਾਣੇ ਨੇ, ਤਨਖਾਹ ਵੀ ਹੈ। 250 ਕਰੋੜ ਬਾਗਵਾਨੀ ਦਾ ਕਹਿੰਦੇ ਲਾ ਦਾਂਗੇ, 250 ਕਰੋੜ ਅਸੀਂ ਸ਼ੂਗਰਫੈਡ ਨੂੰ ਦੇ ਦਾਂਗੇ। ਉਹ ਜਿਹੜਾ DRS ਲਈ ਡਾਇਰੈਕਟ ਪੈਡੀ ਸੋਇੰਗ ਲਈ ਉਹ ਸਾਰੇ ਇਹਦੇ ਚੋਂ ਹੀ ਆ। ਉਹ ਸਾਰੇ ਇਹਦੇ ਚੋਂ ਨੇ ਵੀ ਡਾਇਰੈਕਟ ਪੈਡੀ ਸੋਇੰਗ ਲਈ, ਪਰਾਲੀ ਵਾਸਤੇ, ਫਲਾਣਾ ਵਾਸਤੇ, ਸੋਲਰ ਪੰਪ ਵਾਸਤੇ, ਕ੍ਰੌਪ ਡਾਇਵਰਸਿਫਿਕੇਸ਼ਨ ਦਾ 1000 ਕਰੋੜ ਵੀ ਇਹਦੇ ਚੋਂ ਨਿਕਲਣਾ ਵਾਸਤੇ, ਹਰ ਚੀਜ਼ ਵਾਸਤੇ, ਗੰਨਿਆਂ ਦੇ ਭਾਅ ਦੇਣ ਵਾਸਤੇ। ਜਿਹੜਾ ਫਰਕ ਹੈ MSP ਚ, ਜਿਵੇਂ ਮੂੰਗੀ ਚ ਬਈ ਅਸੀਂ ਬਾਜ਼ਾਰ ਚ ਆਹ ਭਾਅ ਵਿਕੀ ਹੈ, MSP ਇੰਨੀ ਹੈ, ਉਹਦਾ ਅੰਤਰ ਦੇਣਾ ਉਹ ਵੀ ਇਹਦੇ ਵਿੱਚ ਹੀ ਹੈ। ਸੋ ਇਸ ਕਰਕੇ ਇਹਨੂੰ ਜੇ ਆਪਾਂ ਦੇਖਦੇ ਹਾਂ, ਇਹ 4500 ਕਰੋੜ ਜਿਹੜਾ ਰਹਿ ਗਿਆ, ਉਹ ਚੋਂ 1000 ਕਰੋੜ ਤਾਂ ਵੈਸੇ ਹੀ ਆਪਦਾ ਦਫ਼ਤਰੀ ਟਾਈਪ ਹੀ ਹੋ ਗਿਆ। 1010 ਨਿਕਲ ਗਿਆ, 1000 ਡਾਇਵਰਸਿਫਿਕੇਸ਼ਨ ਦਾ ਨਿਕਲ ਗਿਆ, 125 ਕਰੋੜ ਇਹ ਭਵੰਤਰ ਵਾਲੇ ਲੈ ਗਏ ਨੇ ਆਪਣਾ। ਬਾਕੀ ਉਹਨਾਂ ਨੇ ਸੋਲਰਾਈਜ਼ ਕਰਨੇ ਨੇ ਸਾਰੇ ਪੰਪ, ਉਹ ਨਿਕਲ ਗਏ। ਸੋ ਇਹਦੇ ਵਿੱਚੋਂ ਆਪਾਂ ਦੇਖ ਲਈਏ, ਨਹੀਂ ਆਪਾਂ ਮੰਨ ਲਓ ਵੀ ਭਵੰਤਰ ਵਾਲਾ ਕਿਸਾਨਾਂ ਨੂੰ ਮਿਲਣਾ ਹੈ, ਉਹ ਖੇਤੀ ਤੇ ਲੱਗਣਾ, ਆਪਾਂ ਇਹਨੂੰ ਮੰਨ ਲੈਂਦੇ। ਸੋਲਰ ਵਾਲਿਆਂ ਦਾ ਵੀ ਆਪਾਂ ਮੰਨ ਲਓ ਵੀ ਖੇਤੀ ਤੇ ਲੱਗਣਾ, ਪਰ ਰਹਿ ਕਿੰਨਾ ਗਿਆ? 2500 ਕਰੋੜ ਨਾਲ। 2500 ਕਰੋੜ ਨਾਲ ਤੁਸੀਂ ਪੰਜਾਬ ਦੇ ਵਿੱਚ 10.5 ਲੱਖ ਤਾਂ ਕਿਸਾਨ ਪਰਿਵਾਰ ਹੈ ਜਿਹੜੇ ਜ਼ਮੀਨ ਦੇ ਉੱਤੇ ਕੰਮ ਕਰਦੇ ਨੇ, ਉਹਦੇ ਉੱਤੇ 19 ਲੱਖ ਕਿਸਾਨੀ ਕੰਮ ਕਰ ਰਹੀ ਹੈ, ਤੇ 16.5 ਲੱਖ ਉਹਦੇ 'ਚ ਖੇਤੀ ਵਾਲਾ ਮਜ਼ਦੂਰ ਕੰਮ ਕਰ ਰਿਹਾ ਹੈ। ਸੋ 35 ਲੱਖ ਵਰਕਫੋਰਸ ਟੋਟਲ 99 ਲੱਖ ਹੈ, 98 ਲੱਖ 97,000। ਸੋ 1 ਕਰੋੜ ਵਰਕਫੋਰਸ ਦੇ ਵਿੱਚੋਂ 1/3 ਵਰਕਫੋਰਸ ਨੂੰ ਤੁਸੀਂ 1/3 ਤੋਂ ਵੱਧ 36% 36% ਵਰਕਫੋਰਸ ਐਗਰੀਕਲਚਰ ਚ ਹੈ ਜੇ ਸਿੱਧੀ। ਜਿਹੜੇ ਬਾਕੀ ਸਾਜੋ ਸਮਾਨ ਢੋਂਦੇ ਨੇ, ਇਹ ਦਾਣੇ ਢੋਂਦੇ ਨੇ, ਮੰਡੀਆਂ ਦੇ ਵਿੱਚ ਆੜ੍ਹਤੀਏ ਨੇ, ਉਹਨਾਂ ਦੇ ਮਨੀਮ ਨੇ, ਉੱਥੇ ਝਾਰੇ ਲੱਗੇ ਹੋਏ ਨੇ, ਉੱਥੇ ਭਰਾਈ ਵਾਲੇ ਨੇ, ਉੱਥੇ ਟੋਲੇ ਨੇ, ਉੱਥੇ ਛੋਟੇ ਮੋਟੇ ਚਾਹ ਦੁੱਧ ਦੀਆਂ ਦੁਕਾਨਾਂ ਨੇ, ਇਹ ਮੈਂ ਜੇ ਨਹੀਂ ਗਿਣੇ ਵਿੱਚ। ਸੋ ਜਦ ਤੁਸੀਂ ਇਹ 36% ਆਬਾਦੀ ਨੂੰ ਦੇਖਦੇ ਹੋ, 2500 ਕਰੋੜ ਰੁਪਈਆ, ਫਿਰ ਉੱਠਦੇ ਮੂੰਹ 'ਚ ਜੀਰਾ ਲੱਗਦਾ ਨਾ, ਕਿਉਂਕਿ ਬਜਟ ਦਾ ਬਹੁਤ ਵੱਡਾ ਹੈ। ਮੈਨੂੰ ਨਹੀਂ ਦੱਸੋ ਵੀ ਪੋਸਟ ਕਿਸਾਨ ਅੰਦੋਲਨ ਜਿਹਦੇ 'ਚ ਸਟੇਟ ਇੰਨੀ ਮੁਹਰਿਕ ਰਹੀ, ਇੰਨੀ ਅੱਗੇ ਵੱਧ ਕੇ ਲੜੀ, ਉਸ ਤੋਂ ਬਾਅਦ ਕੀ ਇੱਕ ਪੋਲੀਟੀਕਲ ਪ੍ਰੈਸ਼ਰ ਇਹ ਨਹੀਂ ਬਣਦਾ ਕਿ ਸਾਨੂੰ ਹੁਣ ਇੱਕ ਇਨਫੋਰਮਡ ਲੈਂਸ ਦੇ ਥਰੂ ਦੇਖਿਆ ਜਾਵੇਗਾ? ਦੇਖੋ, ਕਦੀ ਵਕਤ ਸੀਗਾ ਜਿਸ ਵੇਲੇ ਲੋਕਾਂ ਨੂੰ ਇਹ ਅੰਕੜੇ ਨਹੀਂ ਸਮਝ ਆਉਂਦੇ ਸੀ। ਹੁਣ ਇਹ ਉਹ ਮੁਆਸ਼ਰਾ ਹੈ ਜਿਹਨੇ ਸਾਲ ਭਰ ਲੰਬੀ ਲੜਾਈ ਹੀ ਨਹੀਂ ਲੜੀ, ਸਾਲ ਭਰ ਲੰਬਾ ਅਕਲਸਾਜ਼ੀ ਦਾ, ਸਮਝਸਾਜ਼ੀ ਦਾ ਇੱਕ ਦੌਰ ਚੱਲਿਆ। ਕੱਲੇ ਕਿਸਾਨ ਨਹੀਂ ਸਨ ਉੱਥੇ ਮੋਰਚੇ ਦੇ ਉੱਤੇ, ਉੱਥੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਸਨ, ਉੱਥੇ ਅਰਥ ਸ਼ਾਸਤਰੀ ਵੀ ਸਨ, ਉੱਥੇ ਤੁਹਾਡੇ ਵਰਗੇ ਲੋਕ ਵੀ ਸਨ। ਉਹ ਕੱਲੇ ਉੱਥੇ ਜਦੋਂ ਹਕੂਮਤ ਧਰਤੀ ਤੇ ਕਿੱਲ ਗੱਡ ਰਹੀ ਸੀ ਵੀ ਇਹਦੇ ਚ ਕਿਸਾਨਾਂ ਦੀਆਂ ਗੱਡੀਆਂ ਅਸੀਂ ਤੋੜਾਂਗੇ, ਭੰਨਾਂਗੇ, ਉਸ ਵੇਲੇ ਉੱਥੇ ਸਾਡੇ ਪੜ੍ਹਾ ਵੀ ਰਹੇ ਸਨ ਲਗਾਤਾਰ, ਤੇ ਜਿਹੜੇ ਬਹੁਤੇ ਪੜ੍ਹੇ ਸੀ ਉਹ ਪੜ੍ਹ ਵੀ ਰਹੇ ਸਨ ਕਿ ਜ਼ਮੀਨੀ ਹਕੀਕਤ ਕਿੱਥੇ ਹੈ। ਉਸ ਤੋਂ ਬਾਅਦ ਕੀ ਇੱਕ ਪੋਲੀਟੀਕਲ ਪ੍ਰੈਸ਼ਰ ਨਹੀਂ ਬਣ ਜਾਣਾ ਚਾਹੀਦਾ ਸੀ ਕਿ ਇਸ ਬਜਟ ਨੂੰ, ਜਿਹਨੂੰ ਕਹਿੰਦੇ ਨੇ ਨਾ ਵੇਖਦੀਆਂ ਅੱਖੀਆਂ ਵਾਲੇ, ਸੁਣਦੇ ਕੰਨਾਂ ਵਾਲੇ, ਧੜਕਦੇ ਦਿਲਾਂ ਵਾਲੇ ਇਹਨੂੰ ਪੜ੍ਹਨਗੇ? ਉਹ ਪ੍ਰੈਸ਼ਰ ਮੈਨੂੰ ਨਹੀਂ ਦਿਖਾਈ ਦੇ ਰਿਹਾ, ਇਨ ਦਾ ਸੈਂਸ ਕਿ ਫਿਗਰਸ ਹੈਗੀਆਂ ਨੇ ਪਰ ਪੋਲੀਟੀਕਲ ਇਕਨੋਮੀ ਦੀ ਕੋਈ ਸਿਮਤ ਇਹਦੇ ਵਿੱਚੋਂ ਨਹੀਂ ਦਿਖਾਈ ਦਿੰਦੀ। ਵਾਈ ਇਜ਼ ਦੈਟ ਪ੍ਰੈਸ਼ਰ ਮਿਸਿੰਗ? ਬਿਲਕੁਲ ਠੀਕ। ਮੈਂ ਵੀ ਉੱਥੇ ਪੜ੍ਹਾ ਕੇ ਆਇਆ ਇੱਕ ਦਿਨ ਪੂਰਾ ਲਾ ਕੇ, ਤੇ ਅਸੀਂ ਸਾਰੇ ਉੱਥੇ ਪੜ੍ਹੇ ਆ। ਆਪਾਂ ਸਾਰੇ ਉੱਥੇ, ਉਹ ਬਲਕਿ ਮੈਂ ਕਹਾਂਗਾ ਓਪਨ ਯੂਨੀਵਰਸਿਟੀ ਸੀ। ਬਿਲਕੁਲ ਸੀ। ਉਹਦੇ ਵਿੱਚ ਜਿਹੜੇ ਸਿੱਖੇ ਹੋਇਆਂ ਦੇ ਇਤਰਾਜ਼ ਹੈਗੇ ਨੇ, ਮੈਨੂੰ ਫੋਨ ਵੀ ਆਏ ਨੇ ਕੱਲ ਕਿ ਜੀ ਇਹਦੇ 'ਚ ਕੀ ਹੈ, ਇੱਦਾਂ ਕੀ ਹੈ। ਕੁਛ ਕਰਨਾ ਜ਼ਰੂਰੀ ਨਹੀਂ ਹੁੰਦੀ ਵੀ ਹਰੇਕ ਗੱਲ ਬੰਦਾ ਉਹਨਾਂ ਕੁ ਪੜ੍ਹ ਕੇ ਸਮਝ ਜੇ। ਬਿਲਕੁਲ ਉਹਨੇ ਕੋਸ਼ਿਸ਼ ਕਰੀ ਹੈ, ਪਰ ਉਹ ਮੋਟੀ ਗੱਲ ਵੈਸੇ ਸਮਝ ਆਉਂਦਾ ਜੇ ਸਾਨੂੰ ਸਮਝਾਉਣੀ ਆਉਂਦੀ ਹੋਵੇ। ਇਹ ਸਾਡੇ ਸਮਝਾਉਣ ਵਾਲਿਆਂ ਦੇ ਉੱਤੇ ਨਿਰਭਰ ਹੈ ਜੀ। ਹੁਣ ਜਦ ਅਸੀਂ ਖੇਤੀ ਦੇ ਵਿੱਚ ਦੇਖਦੇ ਹਾਂ, ਖੇਤੀ 'ਚ ਇੱਕ ਗੱਲ ਪੋਜ਼ਿਟਿਵ ਵੀ ਹੈਗੀ ਹੈ। ਇਹ ਨਹੀਂ ਹੈ ਕਿ ਬਿਲਕੁਲ ਹੀ ਨਹੀਂ ਕੁਛ ਹੋਇਆ, ਇਹ ਨਹੀਂ ਹੈ ਕਿ ਸਭ ਕੁਛ ਹੋ ਗਿਆ। ਜਿਵੇਂ ਕਿ ਸ਼ੂਗਰ ਫੈਡ ਨੂੰ ਪੈਸਾ ਦਿੱਤਾ ਹੈ 250 ਕਰੋੜ ਰੁਪਈਆ, ਉਹ ਕਿਉਂਕਿ ਗੰਨੇ ਦਾ ਭਾਅ ਜਿਹੜਾ ਸੀ ਔਖਾ ਸੀ, ਨਹੀਂ ਦੇ ਰਹੇ ਸੀ, ਉਹਨਾਂ ਦਾ ਮਿਲਣ ਦਾ ਪੈਸਾ ਪਿਆ ਸੀ। ਉਹਦੇ ਵਿੱਚ ਜਦ 250 ਕਰੋੜ ਰੁਪਈਆ ਪੰਪਿੰਗ ਕਰਿਆ ਹੈ ਤੇ ਗੰਨੇ ਦਾ ਭਾਅ 380 ਰੁਪਏ ਕੁਇੰਟਲ ਕਰਿਆ ਹੈ, ਜਦ ਕਿ ਨਾਲ ਦੀ ਸਟੇਟ 'ਚ 372 ਹੈ, ਉਦੋਂ ਨਾਲ ਦੀ 'ਚ 350 ਹੈ, ਤੇ ਭਾਰਤ ਸਰਕਾਰ ਦਾ 305 ਹੈ ਜੀ। ਉਸ ਤਰੀਕੇ ਨਾਲ ਤਾਂ ਕੁਝ ਕਰਿਆ, ਕਿਉਂਕਿ ਪਹਿਲਾਂ ਘੱਟ ਰਿਹਾ ਸੀ। ਪਹਿਲਾਂ ਪੰਜਾਬ ਦਾ ਪਿਛਲੇ ਸਾਲ ਮੈਂ ਦੇਖਿਆ ਹੈ, ਪੰਜਾਬ ਦਾ ਰੇਟ ਹਰਿਆਣੇ ਤੇ ਯੂਪੀ ਨਾਲੋਂ ਘੱਟ ਸੀ, ਐਤਕੀ ਵੱਧਦਾ ਹੈ। ਦੂਜਾ ਉਹਨਾਂ ਨੇ ਜਿਹੜਾ 863 ਕੇ ਕਿੰਨਾ ਕਰੋੜ ਰੁਪਈਆ ਦਿੱਤਾ ਹੈ, ਜਿਨ੍ਹਾਂ ਨੇ ਕਰਜ਼ਾ ਲਿਆ ਹੋਇਆ ਸੀ ਉੱਥੇ ਲਿਖਿਆ ਹੋਇਆ ਜੀ, ਮੇਰੇ ਕੋਲ ਸਾਹਮਣੇ ਪਿਆ। ਤੇ ਉਹ ਜਿਹੜਾ 850 ਕਰੋੜ ਰੁਪਈਆ ਕਰੀਬ ਦਿੱਤਾ ਹੈ, ਜਿਹੜੀ
ਕੋਆਪਰੇਟਿਵ ਦੇ ਵਿੱਚ ਕੰਮ ਕਰਦੇ ਸੀਗੇ, ਜੀ। ਉਹਨਾਂ ਨੇ ਕੋਈ ਕਰਜ਼ੇ ਲਏ ਹੋਏ ਸੀ, ਉਹ ਕਰਜ਼ਿਆਂ ਵਾਸਤੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਦਿੱਤਾ। ਇਹ ਵੀ ਮੈਂ ਕਹਾਂਗਾ ਕਿਉਂਕਿ ਕੋਆਪਰੇਟਿਵ ਪਿਛਲੇ ਏਰੀਅਰਸ ਕਲੀਅਰ ਹੋਏ ਨੇ, ਹਾਂ, ਚੀਜ਼ਾਂ ਹੋਈਆਂ ਨੇ। ਕੋਆਪਰੇਟਿਵ ਮੂਵਮੈਂਟ ਨੂੰ ਤਕੜਾ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਮਾਰਕਫੈਡ ਵਾਸਤੇ ਪੈਸਾ ਰੱਖਿਆ ਹੈ। ਮਾਰਕਫੈਡ ਤਕੜਾ ਹੋਣਾ ਜ਼ਰੂਰੀ ਹੈ, ਪਰ ਉਹਦੇ ਵਿੱਚ ਪੈਸਾ ਕਾਹਦੇ ਵਾਸਤੇ ਰੱਖਿਆ ਹੈ? ਕਹਿੰਦੇ ਜੀ ਇੱਕ ਤਾਂ ਅਸੀਂ ਪਾਮ ਆਇਲ ਦਾ ਲਾਣਾ, ਇੱਕ ਅਸੀਂ ਲੈਣਾ ਸਰੋਂ ਦੇ ਤੇਲ ਦਾ। ਸਰੋਂ ਦੇ ਤੇਲ ਦਾ ਤਾਂ ਮੈਨੂੰ ਪੱਕਾ ਮੈਂ ਕਹਿ ਸਕਦਾ ਵੀ ਬਹੁਤ ਵਧੀਆ ਰਹੇਗਾ, ਕਿਉਂਕਿ ਸਰੋਂ ਪੈਦਾ ਵੀ ਹੁੰਦੀ ਹੈ, ਲੋਕਾਂ ਨੂੰ ਤੇਲ ਚਾਹੀਦਾ ਵੀ ਹੈ। ਔਰ ਸਰੋਂ ਦੇ ਤੇਲ ਦਾ ਕੇਸ ਚੱਲ ਰਿਹਾ, ਬੜਾ ਘਟੀਆ ਤੇਲ ਵਿਕ ਰਿਹਾ ਪੰਜਾਬ 'ਚ, ਹਾਈ ਕੋਰਟ 'ਚ ਕੇਸ ਵੀ ਹੈ, ਤੇ ਫੂਡ ਕਮਿਸ਼ਨ ਨੇ ਕਹਿਤਾ ਸੀ ਵੀ ਪਾ ਲਓ ਹੋਰ ਕੇਸ, ਮੇਰੇ ਤਾਂ ਪੈਸੇ ਹੀ ਬਣਦੇ ਨੇ। ਇੱਥੇ ਤੱਕ ਦਾ ਇੱਥੋਂ ਦੀ ਬਿਊਰੋਕ੍ਰੇਸੀ ਹੈ। ਸੋ ਉਹਦੇ ਵਿੱਚ ਕੀ ਹੈ, ਪਰ ਮਾਰਕਫੈਡ ਜਿਵੇਂ ਹਰਿਆਣੇ ਦੀ ਹਿਫੜ ਹੈ, ਇਹ ਬਹੁਤ ਤਕੜੀ ਸੀ। ਉਹਦੇ ਵਿੱਚ ਬਹੁਤ ਕੁਝ ਜਿਹੜੀ ਅਸੀਂ ਕਹਿੰਦਾ ਐਗਰੋ ਪ੍ਰੋਸੈਸਿੰਗ ਇੰਡਸਟਰੀ ਚਾਹੀਦੀ ਹੈ, ਉਹ ਮਾਰਕਫੈਡ ਨੇ ਹੈਲਪ ਕਰਨੀ ਸੀ। ਜੇ ਕਿਸਾਨਾਂ ਦਾ ਬਜਟ ਕਹਿੰਦੇ ਵੀ ਬੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਆਪਣੀ ਸਪੀਚ ਦੇ ਵਿੱਚ ਵੀ ਕਿ ਪੰਜਾਬ ਦੇ ਵਿੱਚ ਐਗਰੋ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ ਉਹ ਵਾਕਈ ਰਿਮਾਰਕੇਬਲ ਕੰਮ ਕਰ ਰਹੀ ਹੈ, ਇੱਕ ਮੇਜਰ ਹੁਣ ਕੰਪੋਨੈਂਟ ਬਣ ਕੇ ਉੱਭਰ ਰਿਹਾ ਹੈ ਇਸ ਓਵਰਆਲ ਐਗਰੀਕਲਚਰ ਰਿਲੇਟਡ ਸੈਕਟਰ ਦਾ। ਮੈਂ ਉਹਦੇ ਛੋਟੀ ਹਾਂ, ਅਜੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਕ੍ਰੈਡਿਟ ਕਿਸੇ ਹੋਰ ਪਾਰਟੀ ਨੇ ਲੈ ਜਾਣਾ। ਹਾਂ, ਇੱਕ ਤਾਂ ਨਹੀਂ, ਦੂਜਾ ਗੱਲ ਜਦੋਂ ਪ੍ਰਾਈਵੇਟ ਸੈਕਟਰ 'ਚ ਹੁੰਦੀ ਹੈ ਨਾ, ਪ੍ਰਾਈਵੇਟ ਸੈਕਟਰ ਦੇ ਆਪਦੇ ਹਿੱਤ ਨੇ। ਜਿਹੜਾ ਮਾਰਕਫੈਡ ਨੇ ਆਪਦਾ ਨਾਮ ਕਮਾਇਆ ਹੋਇਆ, ਮਾਰਕਫੈਡ ਇਹਨਾਂ ਨੇ ਤਾਂ ਕੋਈ ਬਣਾਈ ਨਹੀਂ, ਇੰਨੇ ਦੇਰ ਤੋਂ ਚੱਲ ਰਹੀ ਹੈ। ਮਾਰਕਫੈਡ ਤੇ ਮਿਲਕਫੈਡ ਪੰਜਾਬ ਦੇ ਵਿੱਚ ਉਹਨਾਂ ਦਾ ਵੀਟਾ ਤੇ ਹੈਫਿਡ ਹਰਿਆਣੇ ਦਾ, ਅਮੁਲ, ਇਹ ਸਾਰਿਆਂ ਨੇ ਆਪਦਾ ਇੱਕ ਨਾਮ ਕਮਾਇਆ। ਉਹ 100 ਨੁਕਸ ਹੋ ਸਕਦੇ ਨੇ। ਸੋ ਜਿਹੜਾ ਲੋੜ ਸੀ ਇਹਨਾਂ ਦੀ ਕਿ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਤਕੜਾ ਕਰੀਏ, ਇੱਕ ਪੋਜ਼ਿਟਿਵ ਗੱਲ ਇਹ ਹੈ, ਮਿਲਕਫੈਡ ਨੂੰ ਪਿਛਲੀਆਂ ਸਰਕਾਰਾਂ ਬੰਦ ਕਰਨ ਨੂੰ ਫਿਰਦੀਆਂ ਸੀ, ਤੇ ਇਹਨਾਂ ਨੇ ਉਹਨੂੰ ਸਟਰੈਂਥਨ ਕਰਨ ਵਾਸਤੇ ਪੈਸਾ ਲਾਉਣਾ। ਆਈ ਕਮ ਬੈਕ ਟੂ ਐਗਰੀਕਲਚਰ। ਹੁਣ ਮੈਨੂੰ ਕੁਇਕਲੀ ਤੁਸੀਂ ਹੈਲਥ ਦੇ ਖੇਤਰ ਵਿੱਚ ਦੱਸੋ, ਕਿਉਂਕਿ ਫੋਕਸ ਸੁਣਿਆ ਐਗਰੀਕਲਚਰ, ਹੈਲਥ ਤੇ ਐਜੂਕੇਸ਼ਨ ਦੇ ਉੱਤੇ ਹੈ। 4781 ਕਰੋੜ ਰੁਪਏ ਰੱਖੇ ਨੇ, ਇਹ 11% ਦਾ ਉਹ ਕਹਿ ਰਹੇ ਨੇ ਜੰਪ ਨੇ ਕੰਪੇਅਰ ਟੂ ਪਿਛਲੇ ਬਜਟ ਐਸਟੀਮੇਟ ਦੇ ਨਾਲੋਂ। ਮੈਨੂੰ ਲੱਗਦਾ ਪਿਛਲੇ ਰਿਵਾਈਜ਼ਡ ਐਸਟੀਮੇਟ ਦੇ ਨਾਲੋਂ 11% ਦਾ ਨਾ ਬਜਟ ਐਸਟੀਮੇਟ ਦੇ ਨਾਲੋਂ। ਅੱਛਾ, ਇਹ ਤਾਂ ਫਿਰ ਹੋਰ ਦਿਲ ਤੋੜ ਦਿੱਤਾ। ਮੈਂ ਵੈਸੇ ਵੀ ਇੰਨੇ ਕੁ ਜੰਪ ਨਾਲ ਉਦਾਸ ਸੀਗਾ, ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਕਿ ਆਊਟ ਆਫ ਪਾਕਟ ਐਕਸਪੈਂਸਿਸ ਕਿੰਨੇ ਹੁੰਦੇ ਨੇ, ਤੇ ਅਸੀਂ ਵੈਸੇ ਹੀ GDP ਦਾ ਕਿੰਨਾ ਪੈਸਾ ਹੈਲਥ ਦੇ ਉੱਤੇ ਖਰਚਦੇ ਹਾਂ, ਤੇ ਜੋ ਪੰਜਾਬ ਦੇ ਹੈਲਥ ਸੈਕਟਰ ਦੀ ਹਾਲਤ ਹੈ। ਖੈਰ ਥੈਂਕਫੁਲੀ ਤੇ ਵੈਰੀ ਕੈਂਡਿਡਲੀ ਪੰਜਾਬ ਦੇ ਸਿਹਤ ਮੰਤਰੀ ਇਹਦਾ ਇਤਰਾਫ ਵੀ ਕਰ ਰਹੇ ਸੀ, ਔਰ ਅਸੈਂਬਲੀ ਦੀ ਫਲੋਰ ਤੇ ਕਰ ਰਹੇ ਸੀ ਕਿ ਸਾਡੀਆਂ ਹੈਲਥ ਸੁਵਿਧਾਵਾਂ ਦਾ ਕੀ ਹਾਲ ਹੈ। ਉਹਨਾਂ ਨੇ ਸਰਕਾਰਾਂ ਵਰਗੀ ਉਹ ਗੱਲ ਨਹੀਂ ਕੀਤੀ, ਦਮਗੱਜੇ ਨਹੀਂ ਮਾਰੇ ਕਿ ਅਸੀਂ ਤੇ ਬੜੇ ਚੜ੍ਹਦੀਆਂ ਕਲਾ ਨੇ ਸਾਡੇ ਹਸਪਤਾਲਾਂ ਦੇ ਵਿੱਚ, ਦਿਖਾਈ ਦੇ ਰਿਹਾ ਸੀ, ਉਹ ਕਹਿ ਵੀ ਰਹੇ ਸਨ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਇਹ 4781 ਕਰੋੜ ਰੁਪਏ ਦੇ ਮਾਇਨੇ ਕੀ ਹੁੰਦੇ ਨੇ? ਮੈਂ ਹਸਪਤਾਲ ਵਿੱਚ ਜਾਵਾਂ ਤੇ ਮੇਰੀ ਜਾਨ ਬਚਾਉਣ ਦਾ ਕੋਈ ਸਾਮਾਨ ਤਿਆਰ ਹੋਵੇਗਾ, ਮੇਰੇ ਕੋਈ ਬੱਚਾ ਕਿਸੇ ਦੇ ਜਲ ਜਾਏ, ਕੋਈ ਅੱਗ ਲੱਗ ਜਾਏ, ਕੋਈ ਵੂਮਨ ਕਿਸੇ ਟਰਾਮਾ ਸੈਂਟਰ ਦੇ ਵਿੱਚ ਅੱਧੀ ਰਾਤ ਨੂੰ ਪਹੁੰਚੇ, ਜਾਂ ਸਾਡਾ ਜਿਹੜਾ ਜਨਰਲ ਰੋਜ਼ਮर्रा ਦੀ ਜਿਹੜੇ ਮਰੀਜ਼ ਉੱਥੇ ਹਸਪਤਾਲਾਂ ਵਿੱਚ ਪਏ ਨੇ, ਉਹਨਾਂ ਲਈ ਇਹ 4781 ਕਰੋੜ ਦਾ ਕੀ ਮਤਲਬ ਹੁੰਦਾ ਹੈ? ਕਿ ਜੀਵਨ ਦਾਨ ਆ ਗਿਆ ਕਿ ਮੌਤ ਦਾ ਸਾਮਾਨ ਉੱਦਾਂ ਹੀ ਪਿਆ? ਦੇਖੋ, ਮੈਂ ਇਹਦੇ ਵਿੱਚ ਇਹ ਕਹਾਂਗਾ ਵੀ ਇਹ 4781 ਕਰੋੜ 'ਚ ਅਸੀਂ 1057 ਕਰੋੜ ਹੋਰ ਐਡ ਕਰ ਦਈਏ ਮੈਡੀਕਲ ਐਜੂਕੇਸ਼ਨ ਦਾ। 1000 ਕਰੋੜ ਲਾ ਲਈਏ, 1000 ਕਰੋੜ 5700 ਕਰੋੜ 5800 ਕਰੋੜ। ਪਰ 5800 ਕਰੋੜ ਨਾਲ ਹੋ ਤਾਂ ਬਹੁਤ ਕੁਝ ਸਕਦਾ ਹੈ, ਪਰ ਪ੍ਰਾਇਰਟੀ ਸਾਡੀਆਂ ਕੀ ਨੇ? ਸਿਹਤ ਨੂੰ ਇਹ ਦੇਖਣ ਦੀ ਲੋੜ ਹੈ। ਅੱਜ ਐਗਰੀਕਲਚਰ, ਸਿਹਤ ਤੇ ਐਜੂਕੇਸ਼ਨ, ਇਹ ਤਿੰਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਬਿਲਕੁਲ, ਸਹਿਕਾਰਤਾ ਤਾਂ ਐਗਰੀਕਲਚਰ ਦੇ ਵਿੱਚ ਹੀ ਹੈ, ਇਹ ਹਾਂ, ਪਸ਼ੂ ਪਾਲਣ ਵੀ ਉਹਦੇ ਵਿੱਚ ਹੀ ਹੈ। ਜੀ ਜੀ, ਐਗਰੀਕਲਚਰ ਜੀ, ਬਿਲਕੁਲ। ਸੋ ਇਹ ਜਿਹੜਾ ਸਾਰਾ ਕੁਝ ਜੁੜਿਆ ਹੋਇਆ ਆਪਸ ਵਿੱਚ, ਜੇ ਤੁਸੀਂ ਸਿਹਤ ਚੰਗੀ ਦੇ ਦਿਓ, ਐਗਰੀਕਲਚਰ ਥੋੜੀ ਆਮਦਨ ਨਾਲ ਵੀ ਸਰ ਜਾਏਗਾ। ਹੁਣ ਸਿਹਤ ਦੇ ਉੱਤੇ ਕੀ ਕਹਿੰਦੇ ਨੇ, ਜਾਂ ਤੁਸੀਂ MSP ਦੇ ਦਿਓ, ਮੇਰੀ ਆਮਦਨ ਵਧਾ ਦਿਓ, ਮੈਂ ਪ੍ਰਾਈਵੇਟ ਡਾਕਟਰ ਕੋਲ ਚਲਾ ਜਾਵਾਂਗਾ। ਸਿਹਤ ਜਿੰਨਾ ਸਾਰਾ ਪੈਸਾ ਹੈ, ਤੁਹਾਨੂੰ ਕਿਤੇ ਨਹੀਂ ਇੱਕ ਲਫ਼ਜ਼ ਲੱਭਦਾ ਕਿ ਜਿਹੜੇ 70% ਕੁੜੀਆਂ, ਨੌਜਵਾਨ ਕੁੜੀਆਂ 15 ਤੋਂ 19 ਸਾਲ ਵਾਲੀਆਂ ਅਨੀਮਿਕ ਨੇ, ਉਹਨਾਂ ਨੂੰ ਅਸੀਂ ਕੁਝ ਦਿਆਂਗੇ ਵੀ ਅਨੀਮੀਆ ਠੀਕ ਹੋ ਜੇ। ਉਹਦਾ ਤਾਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਨਾ। ਨਹੀਂ, ਜਿਹੜਾ ਡਾਟਾ ਆਇਆ ਸੀਗਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ 5th ਰਾਊਂਡ ਦੇ ਵਿੱਚ, ਜਿਹੜਾ ਸਾਨੂੰ ਦੱਸ ਕੇ ਤੁਸੀਂ ਇੰਨਾ ਡਰਾਇਆ ਕਿ ਬੰਦਾ ਡਿਪਰੈਸ਼ਨ ਵਿੱਚ ਚਲਾ ਜਾਵੇ, ਜੋ ਪੰਜਾਬ ਦੇ ਬੱਚਿਆਂ ਦੀ, ਔਰਤਾਂ ਦੀ ਸਿਹਤ ਦਾ ਜੋ ਹਾਲ ਹੈ, ਉਹਦਾ ਤੇ ਕਿਤੇ ਕੋਈ ਰਿਫਲੈਕਸ਼ਨ ਵੀ ਨਹੀਂ ਦਿਖਾਈ ਦੇ ਰਿਹਾ। ਹੁਣ ਤੁਸੀਂ ਦੇਖੋ, ਆਮ ਲੋਕ ਕਹਿੰਦੇ ਹੁੰਦੇ ਵੀ ਮਾੜਾ ਟੱਟੂ ਸੰਦੇਹਾਂ ਸਵਾਰੀ। ਮਾੜਾ ਟੱਟੂ ਮਤਲਬ ਜੋ ਕਮਜ਼ੋਰ ਹੈ, ਫਿਰ ਉਹਨੂੰ ਹੌਲੀ ਹੌਲੀ ਤੁਰਨਾ ਪਏਗਾ। ਅਸੀਂ ਚਾਹੁੰਦੇ ਸਾਡੇ ਨੌਜਵਾਨ, ਸਾਡੀ ਜਿਹੜੀ ਵਰਕਫੋਰਸ ਉਹ ਐਕਟਿਵ ਹੋਵੇ, ਕੰਮ ਕਰੇ। ਮਾੜਾ ਟੱਟੂ ਸੰਦੇਹਾਂ ਸਵਾਰੀ, ਸਾਜਰੇ ਜਿਹਨੂੰ ਮੈਂ ਨਾ ਫਾਈਨੈਂਸ ਦੇ ਨਾਲ ਪੰਜਾਬੀ ਵੀ ਸਿੱਖ ਰਿਹਾ ਤੇ ਉਹਦੇ ਵਿੱਚ ਇਹ ਹੈ ਵੀ ਜੇ ਅਸੀਂ ਬੰਦਿਆਂ ਦੀ ਸਿਹਤ ਜਿਹੜੀ ਕਮਜ਼ੋਰ ਆ ਉਹਨੂੰ ਠੀਕ ਕਰੀਏ ਤਾਂ ਬਿਮਾਰੀਆਂ ਨਹੀਂ ਹੋਣਗੀਆਂ। ਜੇ ਪਾਣੀ ਨੂੰ ਠੀਕ ਕਰੀਏ ਤਾਂ ਬਿਮਾਰੀਆਂ ਨਹੀਂ ਹੋਣਗੀਆਂ। ਜੇ ਪਖਾਨੇ ਦਾ ਠੀਕ ਪ੍ਰਬੰਧ ਕਰ ਦਈਏ ਤਾਂ ਬਿਮਾਰੀਆਂ ਨਹੀਂ ਹੋਣਗੀਆਂ। ਹੁਣ ਆਪਾਂ ਇੱਧਰ ਨਜ਼ਰ ਮਾਰੀਏ, ਤੁਸੀਂ ਕਹਿੰਦੇ ਅਸੀਂ ਹੈਪੇਟੋਵੈਟਰੀ ਇੰਸਟੀਚਿਊਟ ਖੋਲਾਂਗੇ,
ਤੇ ਹੈਪੇਟੋਮੈਟਰੀ ਇੰਸਟੀਟਿਊਟ ਖੋਲ੍ਹਣੀ ਕਿਉਂ ਪੈ ਰਹੀ ਹੈ? ਕਿਉਂਕਿ ਤੁਸੀਂ ਬਿਮਾਰੀ ਰੋਕ ਨਹੀਂ ਰਹੇ ਜਿਹੜੀ ਜਿਗਰ ਦੀ ਜਾਂ ਪਿੱਤੇ ਦੀ ਹੋ ਰਹੀ ਹੈ। ਤੁਸੀਂ ਕਹਿੰਦੇ ਹੋ ਅਸੀਂ ਕੈਂਸਰ ਦੇ ਵਾਸਤੇ ਹਸਪਤਾਲ ਖੋਲਾਂਗੇ, ਜਿਹੜਾ ਕੈਂਸਰ ਰੋਕਿਆ ਜਾ ਸਕਦਾ ਸੀ ਉਹ ਰੋਕਣ ਨੂੰ ਤਿਆਰ ਨਹੀਂ। ਤੁਸੀਂ ਕਹਿੰਦੇ ਅਸੀਂ ਡਾਇਗਨੋਸਿਸ ਕਰਾਂਗੇ, ਉਹਦੇ ਉੱਤੇ ਪੈਸੇ ਲਾਵਾਂਗੇ, ਜਦੋਂ ਤੁਹਾਨੂੰ ਹੋ ਜਾਏਗਾ ਅਸੀਂ ਲੱਭ ਕੇ ਤੁਹਾਡਾ ਇਲਾਜ ਫ੍ਰੀ ਕਰਾਂਗੇ। ਪਰ ਜਿਹੜੀਆਂ ਚੀਜ਼ਾਂ ਤੋਂ ਕੈਂਸਰ ਹੋ ਰਿਹਾ ਉਹਨੂੰ ਅਸੀਂ ਨਹੀਂ ਰੋਕ ਰਹੇ, ਪਲ ਭਰ ਲਈ ਰੁਕਣਾ ਪੈ ਰਿਹਾ ਬ੍ਰੇਕ ਲਈ। ਮੈਂ ਸਿਰਫ ਨਾ ਇਹ ਕਿਉਂਕਿ ਦੂਸਰੀਆਂ ਫਿਗਰਸ ਕਈ ਵਾਰੀ ਬੰਦਾ ਮਤਲਬ ਆਪਣੇ ਹਿਸਾਬ ਨਾਲ ਕਰਦਾ ਵੀ ਸਰਕਾਰ ਨੇ ਸਾਡੇ ਨਾਲ ਕਰਨਾ ਕੀ ਹੈ। 4781 ਕਰੋੜ ਰੁਪਇਆ ਰੱਖਿਆ ਹੈਲਥ ਲਈ ਤੇ 1000 ਕਰੋੜ ਤੁਸੀਂ ਸਰਕਾਰ ਦੀ ਹੋਰ ਮਦਦ ਕੀਤੀ ਹੈ ਵੀ ਮੈਡੀਕਲ ਐਜੂਕੇਸ਼ਨ ਵਾਲਾ ਵੀ ਇਹਦੇ ਵਿੱਚ ਪਾ ਲਓ। 5781 ਕਰੋੜ ਤੇ ਸਾਨੂੰ ਠੀਕ ਰੱਖਣ ਲਈ ਅਸੀਂ ਕਿਤੇ ਲੀਹ ਤੋਂ ਲੈ ਨਾ ਜਾਈਏ, ਤੇ ਜੇ ਲੈ ਜਾਈਏ ਤਾਂ ਪੁਲਿਸ ਡੰਡਾ ਮਾਰ ਕੇ ਟੀਅਰ ਗੈਸ ਸ਼ੈਲ ਕਰਕੇ ਤੇ ਬੰਦੇ ਬਣਾ ਕੇ ਸਾਨੂੰ ਠੀਕ ਟਰੈਕ ਤੇ ਰੱਖੇ। ਇਸ ਕੰਮ ਲਈ ਸਰਕਾਰ ਕੋਲ 10,523 ਕਰੋੜ ਰੁਪਈਆ ਲੈਂਡ ਆਰਡਰ ਦੇ ਬਜਟ ਲਈ ਹੈ। ਸੋ ਪ੍ਰਾਇੋਰਟੀ ਇਹ ਹੈ ਕਿ ਤੁਹਾਡੀ ਸਿਹਤ ਲਈ ਹੈਗੇ ਨੇ 4781 ਕਰੋੜ, ਤੁਹਾਡੇ ਅਨੁਸਾਰ 5781 ਕਰੋੜ, 1000 ਕਰੋੜ ਹੋਰ ਪਾ ਦੇਣਾ ਤੇ ਉਦੋਂ ਲਗਭਗ ਦੁੱਗਣਾ ਪੈਸਾ ਪੁਲਿਸ ਕੋਲ ਹੈ ਸਾਨੂੰ ਵੈਸੇ ਹੀ ਠੀਕ ਰੱਖਣ ਲਈ ਵੀ ਸਾਡੀ ਜਿਹੜੀ ਸਿਹਤ ਠੀਕ ਕਰ ਦੇਣ ਜੇ ਬਿਮਾਰ ਹੋ ਜਾਈਏ। ਪ੍ਰਾਇੋਰਟੀਜ਼ ਤਾਂ ਇੱਥੋਂ ਦਿਸ ਰਹੀਆਂ ਨੇ ਵੀ ਲੋਕਾਂ ਨੂੰ ਤੁਸੀਂ ਸਿਹਤ ਯਾਬ ਰੱਖਣਾ ਕਿ ਕੁੱਟ ਕੇ ਲਾਈਨ ਦੇ ਉੱਤੇ ਰੱਖਣਾ। ਵਾਪਸ ਆਵਾਂਗੇ ਤੇ ਅਜੇ ਐਜੂਕੇਸ਼ਨ ਬਾਰੇ ਗੱਲ ਰਹਿ ਗਈ ਹੈ, ਉਹ ਕਰਾਂਗੇ ਤੇ ਫਿਰ ਇਹ ਦੇਖਾਂਗੇ ਕਿ ਇਹਨਾਂ ਅੰਕੜਿਆਂ ਤੋਂ ਬਾਅਦ ਪੋਲੀਟੀਕਲ ਇਕੋਨੋਮੀ ਬਜਟ ਦੀ ਕਿਸ ਤਰ੍ਹਾਂ ਰਿਫਲੈਕਟ ਹੁੰਦੀ ਹੈ, ਸਿਮਤ ਕੀ ਹੈ, ਦਸ਼ਾ ਕੀ ਹੈ ਤੇ ਸਰਕਾਰ ਦੇ ਇਰਾਦੇ ਕੀ ਨੇ। ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬ ਦੇ ਨਵੇਂ ਆਏ ਬਜਟ ਦੇ ਉੱਤੇ। ਵੈਸੇ ਤਾਂ ਚਰਚਾ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ, ਮਠਿਆਈਆਂ ਵੰਡਣ ਵਾਲੀ ਗੱਲ ਹੈਗੀ ਹੈ। ਖੁਸ਼ੀਆਂ ਚਾਰੇ ਪਾਸੇ ਫੈਲੀਆਂ ਨੇ ਸਰਕਾਰ ਦੇ ਇਸ਼ਤਿਹਾਰਾਂ ਦੇ ਵਿੱਚ ਵੀ, ਖਬਰਾਂ ਦੇ ਵਿੱਚ ਵੀ, ਤੇ ਸੁਪਨਿਆਂ ਦਾ ਇੱਕ ਬਜਟ ਆਇਆ, ਪਲੇਠਾ ਬਜਟ ਹੈ। ਟੈਕਸ ਕੋਈ ਨਹੀਂ, ਇਨਕਮ ਬਹੁਤ ਸਾਰੀ ਵੱਧ ਗਈ ਹੈ, ਮਾਫੀਆ ਦਾ ਸਫਾਇਆ ਹੋ ਗਿਆ ਹੈ ਤੇ ਜਿੱਧਰ ਦੇਖੋ ਸਰਕਾਰ ਨੇ ਹੋਰ ਪੈਸਾ ਤੁਹਾਡੇ ਵੱਲ ਸੁੱਟ ਦਿੱਤਾ ਹੈ। ਤੇ ਇੰਨੀ ਖੁਸ਼ੀਆਂ ਸਾਡੇ ਨਾਲ ਸਾਂਝੀਆਂ ਕਰਨ ਲਈ ਡਾਕਟਰ ਪਿਆਰੇ ਲਾਲ ਗਰਗ ਜੀ ਹਾਜ਼ਰ ਨੇ। ਗਰਗ ਸਾਹਿਬ, ਤੁਸੀਂ ਐਗਰੀਕਲਚਰ ਬਾਰੇ ਦੱਸਿਆ ਤੇ ਹੈਲਥ ਬਾਰੇ ਦੱਸਿਆ, ਇਹ ਐਜੂਕੇਸ਼ਨ ਤੇ ਤੁਹਾਡਾ ਖਾਸ ਸਬਜੈਕਟ ਹੈ। ਇਹ ਪੈਸੇ ਤਾਂ ਬੜੇ ਸਾਰੇ ਲੱਗਦੇ ਨੇ, ਮੈਨੂੰ ਤਾਂ ਵੈਸੇ ਰੁਪਈਆ ਕਰੋੜ ਹੀ ਬੜਾ ਸਾਰਾ ਲੱਗਦਾ ਹੁੰਦਾ ਹੈ ਤੇ 17,000 ਤੇ 72 ਕਰੋੜ, ਇੱਕ ਤਾਂ ਇਹ ਤੁਹਾਨੂੰ ਫਿਗਰਸ ਨਹੀਂ ਭੁੱਲਦੀਆਂ। 17,072 ਕਰੋੜ ਮੇਰੇ ਸਕੂਲਾਂ ਤੇ ਹਾਇਰ ਐਜੂਕੇਸ਼ਨ ਲਈ ਰੱਖ ਦਿੱਤਾ ਹੈ। ਪਹਿਲੇ ਨਾਲੋਂ 12% ਇਹਨਾਂ ਨੇ ਜ਼ਿਆਦਾ ਰੱਖਿਆ। ਦੇਖੋ ਜੇ 2 ਕਰੋੜ ਦਾ ਬਜਟ ਤੁਸੀਂ ਕਹੇ 1 ਕਰੋੜ ਤੇ 96 ਲੱਖ ਦਾ ਬਜਟ ਹੈ ਤੇ ਲਗਭਗ ਉਹਦਾ ਲਗਭਗ 9% ਹੋ ਹੀ ਗਿਆ, ਥੋੜਾ ਬਹੁਤ 462 ਕਰੋੜ, ਹਾਂ ਕੋਈ 9% ਤੋਂ ਹਲਕਾ ਜਿਹਾ ਘੱਟ ਹੋ ਗਿਆ। ਸੋ ਉਹ ਇੱਕ ਉਹਨਾਂ ਨੇ ਇਹਦੇ ਤੇ ਫੋਕਸ ਵੀ ਇਸ ਤਰੀਕੇ ਨਾਲ ਰੱਖਿਆ ਕਿ ਅਸੀਂ ਸਕੂਲਸ ਆਫ ਐਮੀਨੈਂਸ ਬਣਾਵਾਂਗੇ। ਫਿਰ ਉਹਨਾਂ ਜਿਹੜੇ ਬਿਹਤਰ ਸਕੂਲ ਹੋਣਗੇ, ਬੇਸਿਕਲੀ ਇਹ ਅਸੀਂ ਪੁਰਾਣਾ ਇੱਕ ਫਾਰਮੂਲਾ ਪੰਜਾਬ 'ਚ ਚੱਲਦਾ ਆ ਰਿਹਾ, ਬਾਦਲ ਸਾਹਿਬ ਦੇ ਹੁੰਦੇ ਆਦਰਸ਼ ਸਕੂਲ ਬਣੇ ਸੀ, ਫਿਰ ਕੋਈ ਹੋਰ ਮਾਡਰਨ ਇਸ ਕਿਸਮ ਦੇ ਸਕੂਲ ਬਣ ਗਏ, ਰੈਜ਼ੀਡੈਂਸ਼ੀਅਲ ਫੈਸਿਲਿਟੀਜ਼ ਇਸ ਤਰ੍ਹਾਂ ਦੀਆਂ ਬਣਾ ਦਿੱਤੀਆਂ ਗਈਆਂ ਤੇ ਹੁਣ ਇਹ ਸਕੂਲ ਆਫ ਐਮੀਨੈਂਸ ਬਣੇ ਨੇ। ਇਹਨਾਂ ਨੇ ਕਿਹਾ ਬਾਕੀ ਵੀ ਸਕੂਲ ਉਹਦੇ ਨਾਲ ਜੋੜ ਦਿਆਂਗੇ। ਸੋ ਇੱਕ ਸਕੂਲ ਇਲਾਕੇ ਦਾ ਮੁਹੱਲੇ ਦਾ ਪ੍ਰਧਾਨ ਸਕੂਲ ਹੋ ਜਾਏਗਾ, ਬਾਕੀ ਉਹਦੇ ਥੱਲੇ ਸਕੂਲ ਹੋ ਜਾਣਗੇ ਤੇ ਉਹਨਾਂ ਨੇ ਕਿਹਾ ਹੱਬ ਐਂਡ ਸਪੋਕ ਮਾਡਲ ਅਸੀਂ ਇਹ ਯੂਜ਼ ਕਰਾਂਗੇ। ਇਸ ਤੋਂ ਬਿਨਾਂ ਇੱਕ ਟੀਚਰਾਂ ਦੀ ਬੜੀ ਦੇਰ ਤੋਂ ਡਿਮਾਂਡ ਸੀ ਕਿ ਟੀਚਰਾਂ ਤੋਂ ਸਿਰਫ ਟੀਚਰਾਂ ਵਾਲੇ ਕੰਮ ਹੀ ਲਏ ਜਾਣ। ਉਹ ਮੈਨੂੰ ਲੱਗਦਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਸਕੂਲਾਂ ਦੇ ਵਿੱਚ ਮੈਨੇਜਰ ਲਾ ਦਾਂਗੇ, ਇੱਕ ਐਸਟੇਟ ਮੈਨੇਜਰ ਹੋਇਆ ਕਰੇਗਾ, ਸਕੂਲ ਦੀ ਜਾਇਦਾਦ ਦਾ ਧਿਆਨ ਰੱਖੇਗਾ, ਮੇਜ਼ਾਂ ਕੁਰਸੀਆਂ ਕਮਰਿਆਂ ਬਲੈਕ ਬੋਰਡਾਂ ਦਾ, ਤੇ ਪ੍ਰਿੰਸੀਪਲ ਸਾਹਿਬ ਤੇ ਟੀਚਰ ਜਿਹੜੇ ਆ ਉਹ ਪੜ੍ਹਾਇਆ ਹੀ ਕਰਨਗੇ। ਇਹ ਸਾਰੀਆਂ ਚੰਗੀਆਂ ਚੀਜ਼ਾਂ ਸੀ ਜਿਹਦੀ ਬੜੀ ਦੇਰ ਤੋਂ ਲੋਕ ਡਿਮਾਂਡ ਕਰ ਰਹੇ ਸੀਗੇ। ਕੋਈ ਇਹਦੇ ਵਿੱਚ ਮੀਨ ਮੇਕ ਵਾਲੀ ਗੱਲ ਤਾਂ ਨਹੀਂ ਕਿ ਤੁਸੀਂ ਇਸ ਐਜੂਕੇਸ਼ਨ ਬਜਟ ਤੋਂ ਖੁਸ਼ ਹੋ? ਨਹੀਂ, ਮੈਂ ਐਜੂਕੇਸ਼ਨ ਤੋਂ ਪਹਿਲਾਂ ਮੈਂ ਹੈਲਥ ਦੀ 2 ਗੱਲਾਂ ਕਰਾਂਗਾ ਛੋਟੀਆਂ। ਜ਼ਰੂਰ। ਜਿਵੇਂ ਤੁਸੀਂ ਕਿਹਾ ਨਾ ਹੈਲਥ ਦੇ ਉੱਤੇ, ਹੈਲਥ ਦਾ ਬਜਟ 70ਵੇਂ ਦੇ ਐਂਡ ਤੱਕ ਜੀ ਪੁਲਿਸ ਦੇ ਬਜਟ ਨਾਲੋਂ ਜ਼ਿਆਦਾ ਹੁੰਦਾ ਸੀ। ਹੈਲਥ ਦਾ ਬਜਟ ਪੁਲਿਸ ਦੇ ਬਜਟ ਨਾਲੋਂ ਜ਼ਿਆਦਾ ਹੁੰਦਾ ਸੀ। ਐਜੂਕੇਸ਼ਨ ਦਾ ਵੀ ਜ਼ਿਆਦਾ ਹੁੰਦਾ ਸੀ। ਐਜੂਕੇਸ਼ਨ ਦਾ ਤਾਂ ਤਿੱਗਣਾ ਹੁੰਦਾ ਸੀ ਕਰੀਬ। ਅਸੀਂ ਇੱਥੇ ਮੈਂ ਇੱਕ ਹਾਈ ਪਾਵਰਡ ਕਮੇਟੀ ਬਣਾਈ ਸੀ ਖਾਲੀ ਬੀਜੇਪੀ ਗਵਰਨਮੈਂਟ ਨੇ, ਮੈਂ ਉਹਦਾ ਮੈਂਬਰ ਸੀ ਐਜੂਕੇਸ਼ਨ ਸੁਧਾਰ ਵਾਸਤੇ, ਨੀਤੀ ਵਾਸਤੇ ਰਾਦਰ। ਤੇ ਮੈਂ ਸੇਖਵਾਂ ਸਾਹਿਬ ਸੀਗੇ ਮਿਨਿਸਟਰ, ਮੈਂ ਕਿਹਾ ਜੀ ਤੁਸੀਂ ਪਹਿਲਾਂ ਇਹ ਫੈਸਲਾ ਕਰ ਲਓ ਵੀ ਤੁਸੀਂ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਹੈ ਕਿ ਲੋਕਾਂ ਨੂੰ ਚੰਗੀ ਸਿਹਤ ਦੇ ਕੇ ਤੇ ਸਿੱਖਿਆ ਦੇ ਕੇ ਕਰਨਾ ਹੈ, ਚੰਗਾ ਬਣਾ ਕੇ ਸਿਆਣਾ ਬਣਾਉਣਾ ਹੈ ਕਿ ਕਮਲਿਆਂ ਦੇ ਉੱਤੇ ਗਾਠੀਆਂ ਮਾਰਨਾ। ਆਈ ਮਸਟ ਸੇ ਦੈਟ ਹੀ ਇਮੀਡੀਏਟਲੀ ਕਹਿੰਦੇ ਨਹੀਂ ਡਾਕਟਰ ਸਾਹਿਬ ਤੁਹਾਡੇ ਵਰਗੇ ਦਾਨਸ਼ ਬੰਦਾਂ ਨੂੰ ਅਸੀਂ ਤਾਂ ਹੀ ਲਾਇਆ ਹੈ ਕਿ ਸਾਨੂੰ ਪਤਾ ਲੱਗ ਜੇ ਕੀ ਕਰਨਾ ਹੈ। ਉਹ ਰਿਐਕਟ ਨਹੀਂ ਕਰਦੇ ਸੀ ਨੈਗੇਟਿਵ। ਆਈ ਹੈਵ ਸੀਨ ਦਿਸ। ਅੱਛਾ, ਹੁਣ ਮੈਂ ਦੂਜੀ ਗੱਲ ਕਹਿਣਾ। ਦੂਜੀ ਗੱਲ ਮੈਂ ਇਹ ਕਹਿਣਾ ਵੀ ਜਿਹੜਾ ਤੁਸੀਂ ਹੈਲਥ ਦੀ ਗੱਲ ਕਰਦੇ ਹੋ, ਇੱਕ ਲਾਈਨ ਦੀ ਹੋਰ ਹੈ ਜੀ, ਆਮ ਆਦਮੀ ਕਲੀਨਿਕ ਦੀ ਬੜਾ ਪ੍ਰਚਾਰ ਹੋ ਰਿਹਾ। ਮੈਂ ਆਣਾ ਸੀ ਉੱਤੇ, ਉਹ ਤਾਂ ਛੱਡਦਾ ਨਹੀਂ ਬਿਲਕੁਲ। ਉਹਦੇ ਵਿੱਚ ਕਹਿੰਦੇ ਜੀ 10.5 ਲੱਖ ਬੰਦਾ ਸਾਡੇ ਕੋਲ ਆ ਗਿਆ, 1 ਲੱਖ ਟੈਸਟ ਹੋ ਗਿਆ। ਇਹਦਾ ਮਤਲਬ 10 ਬੰਦਿਆਂ ਤੋਂ 1 ਬੰਦੇ ਦਾ ਟੈਸਟ ਹੋਇਆ ਪਹਿਲੀ ਗੱਲ ਤਾਂ, ਤੇ ਉਹ 1 ਬੰਦੇ ਦਾ 10 ਬੰਦਿਆਂ ਚੋਂ 1 ਟੈਸਟ ਹੋਇਆ।
10 ਬੰਦਿਆਂ ਵਿੱਚੋਂ ਇੱਕ ਬੰਦੇ ਦਾ ਟੈਸਟ ਹੋਇਆ ਤੇ ਇੱਕ ਬੰਦੇ ਦਾ ਇੱਕ ਟੈਸਟ ਹੋਇਆ। ਇੱਕੋ ਹੀ ਟੈਸਟ ਹੋਇਆ। ਜੇ ਹਰੇਕ ਦਾ ਜੇ ਤੁਹਾਡੇ ਇਹ ਫਿਗਰ ਸਹੀ ਮੰਨ ਵੀ ਲਈਆਂ ਜੇ ਜਾਣ। ਨਹੀਂ ਮੈਂ ਮੰਨਦਾ ਸਾਰੀਆਂ ਸਹੀ ਮੰਨ ਵੀ ਲਈਆਂ ਜਾਣ, ਨਹੀਂ ਮੈਂ ਕਹਿੰਦਾ ਮੈਂ ਮੰਨਦਾ ਇੱਕ ਬੰਦੇ ਦਾ ਇੱਕ ਟੈਸਟ ਹੋਇਆ। ਇਹਦਾ ਮਤਲਬ ਤੁਸੀਂ ਤਾਂ 10 ਲੱਖ ਦੀ ਹੀਮੋਗਲੋਬਿਨ ਵੀ ਨਹੀਂ ਦੇਖ ਸਕੇ। ਪਿਸ਼ਾਬ ਟੈਸਟ ਕਰਨਾ ਹੋ, ਟੱਟੀ ਟੈਸਟ, ਜੇ ਕਿਸੇ ਦੇ 10 ਹੋ ਗਏ ਤਾਂ ਫਿਰ ਹੋਰ ਘਟ ਗਏ। ਕੋਈ ਕਹੂਗਾ ਨਹੀਂ ਜੀ ਸਾਰਿਆਂ ਦੇ ਟੈਸਟ ਥੋੜਾ ਕਰਨੇ ਹੁੰਦੇ ਨੇ, ਮੰਨ ਲਿਆ, ਪਰ ਕਿਉਂਕਿ ਜੇ ਤੁਹਾਡੇ ਕੋਲੇ 70% ਅਨੀਮਿਕ ਨੇ, ਉਹਦਾ ਅਨੀਮੀਆ ਦਾ ਲੈਵਲ ਤਾਂ ਦੇਖਣਾ ਹੀ ਹੈ। ਪੇਸ਼ੈਂਟ ਤਾਂ ਉਹੀ ਆ ਰਿਹਾ। ਜੇ ਤੁਹਾਡੇ ਕੋਲੇ ਕੁਪੋਸ਼ਣ ਦਾ ਸ਼ਿਕਾਰ ਆ ਰਹੇ ਨੇ, ਫਿਰ ਉਹ 58% ਮਾਵਾਂ ਜਿਹੜੀਆਂ ਨੇ ਉਹ ਅਨੀਮਿਕ ਨੇ। ਅੰਗਰੇਜ਼ੀ ਵਾਲੇ ਕਹਿੰਦੇ ਨੇ ਨਾ ਡੇਵਿਲ ਲਾਈਜ਼ ਇਨ ਦਾ ਡਿਟੇਲ। ਸ਼ੈਤਾਨ ਜਿਹੜਾ ਹੈ ਨਾ ਉਹ ਇਹਨਾਂ ਬਰੀਕੀਆਂ ਵਿੱਚ ਰਹਿੰਦਾ। ਤੇ ਨਹੀਂ ਬਰੀਕੀਆਂ 'ਚ ਨਹੀਂ ਰਹਿੰਦਾ, ਅੱਖਾਂ ਵਿੱਚ ਕੇ ਨਹੀਂ ਦੇਖੀਦਾ। ਖੁਦਾ ਵੀ ਬਰੀਕੀਆਂ 'ਚ ਰਹਿੰਦਾ। ਗॉड ਆਲਸੋ ਲਿਵਸ ਇਨ ਦਾ ਮੇਰੀ ਬੇਨਤੀ ਸੁਣੋ, ਮੈਂ ਇਹਨਾਂ ਦਾ ਬਿਊਰੋਕ੍ਰੇਸੀ ਦਾ ਦੇਖਿਆ ਤਰੀਕਾ। ਮਰਹੂਮ ਅਰੁਣ ਜੇਤਲੀ ਜੀ ਇੱਕ ਵਾਰੀ ਕਹਿਣ ਲੱਗੇ, ਨਹੀਂ ਸੌਰੀ ਹੁਣੀ ਨਹੀਂ ਹੈਗੇ ਨੇ, ਸਿਨਹਾ ਸਾਹਿਬ ਜਿਹੜੇ ਸੀਗੇ ਬੰਗਾਲ ਵਾਲੇ, ਬਿਹਾਰ ਵਾਲੇ ਨਾ, ਫਾਈਨੈਂਸ ਮਿਨਿਸਟਰ ਹੁੰਦੇ ਵਾਜਪਾਈ ਸਾਹਿਬ ਦੀ ਸਰਕਾਰ 'ਚ, ਕਹਿੰਦੇ ਅਸੀਂ ਨਾ 1 ਰੁਪਏ ਇੱਕ ਪੈਸਾ ਪ੍ਰਤੀ ਮਿਲੀਲੀਟਰ ਤੇਲ ਦੀ ਕੀਮਤ ਵਧਾਈ ਹੈ। ਉਹ ਹੁਣ ਮਿਲੀਲੀਟਰ ਤੇਲ ਵਿਕਦਾ 1000 ਮਿਲੀਲੀਟਰ ਦੀ ਨਹੀਂ ਦੱਸਣੀ। ਮੈਂ ਕੋਈ ਕਹੋ ਮੈਂ 1 ਪੈਸਾ ਪ੍ਰਤੀ ਗ੍ਰਾਮ ਆਟੇ ਦਾ ਰੇਟ ਵਧਾਤਾ, ਇਹ ਦੱਸਦੇ ਨਹੀਂ ਵੀ 10 ਰੁਪਏ ਕਿਲੋ ਵਧਾਇਆ। ਸੋ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਤੁਸੀਂ ਠੀਕ ਹੈ, ਤੁਸੀਂ ਥੋੜੀ ਫਿਗਰ ਬਣ ਲਈ, ਪਰ ਇਹ ਤਾਂ ਦੇਖ ਲਓ ਵੀ ਲੋਕਾਂ ਦਾ ਹੋਇਆ ਕੀ ਹੈ। ਇਹ ਉਦੋਂ ਹੈ। ਇੱਕ ਗੱਲ ਹੋਰ ਮੈਂ ਨਾ ਅੱਗੇ ਕਹਿੰਦੇ ਸੀ 117 ਖੋਲਣੇ ਸੀ, 504 ਜੋ ਮੈਂ ਕਹਿਣਾ ਹੋਰ ਗੱਲ ਕਹਿਣਾ, ਇਹ ਉਦੋਂ ਹੈ ਜਦ 100 ਟੈਸਟਾਂ ਤੇ ਪ੍ਰਾਈਵੇਟ ਕੰਪਨੀ ਕਰ ਰਹੀ ਸੀ, ਹੁਣ ਉਹਨੇ ਬੰਦ ਕਰਤਾ। ਉਹਦੇ 'ਚ ਅਜੇ ਝਗੜਾ ਚੱਲ ਰਿਹਾ ਇਹਨਾਂ ਦਾ, ਤੇ ਬਾਕੀ ਦੇ ਉੱਤੇ ਹੱਸਦਾ। ਹੁਣ ਆਪਾਂ ਆਉਣਾ ਐਜੂਕੇਸ਼ਨ ਤੇ ਜੀ। ਜਦ ਅਸੀਂ ਐਜੂਕੇਸ਼ਨ ਨੂੰ ਦੇਖਦੇ ਹਾਂ, ਐਜੂਕੇਸ਼ਨ ਦੇ ਅੰਕੜੇ ਤੁਹਾਡੇ ਸਾਹਮਣੇ ਪਏ ਨੇ, ਇਹ 'ਚ ਮੈਂ ਨਹੀਂ ਜਾਵਾਂਗਾ ਬਹੁਤਾ ਡਿਟੇਲ 'ਚ। ਆਪਾਂ ਨੂੰ ਪਤਾ ਹੈ 17,072 ਕਰੋੜ ਜਿਹੜਾ ਹੈ, ਉਹਦੇ 'ਚੋਂ ਯੂਨੀਵਰਸਿਟੀ ਨੂੰ ਤਾਂ 1000 ਕਰੋੜ ਤੋਂ ਥੱਲੇ 800-900 ਕੁਛ ਨਹੀਂ। ਉਹ ਤਾਂ ਯੂਨੀਵਰਸਿਟੀਆਂ ਨੂੰ ਜੋ ਮਿਲਿਆ ਉਹ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਹਰਾ ਨੇ ਜਿਹੜਾ ਖਾਕਾ ਖਿੱਚ ਦਿੱਤਾ ਕਿ ਜੋ ਪੰਜਾਬੀ ਯੂਨੀਵਰਸਿਟੀ ਦੇ ਨਾਲ ਸਰਕਾਰ ਨੇ ਕੀਤਾ। ਭਗਵੰਤ ਮਾਨ ਜਾ ਕੇ ਕਹਿੰਦੇ ਸੀ ਕਿ ਮੈਂ ਦੇਖ ਲਿਆ ਕਿ ਵਿਦਿਆ ਕਰਜ਼ੇ ਥੱਲੇ ਹੈ, ਤੇ ਬਜਟ ਦੇ ਵਿੱਚ ਸਰਕਾਰ ਨੇ ਦਿਖਾ ਦਿੱਤਾ ਕਿ ਸਾਡਾ ਇਰਾਦਾ ਵਿਦਿਆ ਨੂੰ ਕਰਜ਼ੇ ਥੱਲੇ ਰੱਖਣ ਦਾ ਹੈ, ਤੇ ਕਰਜ਼ੇ ਥੱਲੇ ਰੱਖ ਕੇ ਉਹਦਾ ਗਲਾ ਘੋਟ ਦਿੰਦਾ ਹੈ, ਜੋ ਪੰਜਾਬੀ ਯੂਨੀਵਰਸਿਟੀ ਦੇ ਨਾਲ ਇਹਨਾਂ ਨੇ ਕੀਤਾ। ਨਹੀਂ ਚਲੋ ਉਹ ਤਾਂ ਮੈਂ ਆਉਣਾ ਸਿੱਖਿਆ ਦੇ ਉੱਤੇ, ਉਹਦੇ ਤਾਂ ਮੈਂ ਵਾਈਸ ਚਾਂਸਲਰ ਦੇ ਤਾਂ ਉੱਤੇ, ਕਿਉਂਕਿ ਜਿਹੜਾ ਪੈਸਾ ਵੇਸਟ ਹੋ ਰਿਹਾ ਉਹ ਵਾਈਸ ਚਾਂਸਲਰ ਦਾ ਕੰਮ ਹੈ ਦੇਖਣਾ। ਉਹ ਵੀ ਉੱਥੇ ਇਸ਼ੂ ਹੈਗੇ ਨੇ, ਕਿਉਂਕਿ ਉਹ ਤਾਂ ਵਾਈਸ ਚਾਂਸਲਰ, ਮੈਂ ਰਜਿਸਟਰ ਹਾਂ ਇੱਕ ਯੂਨੀਵਰਸਿਟੀ ਜਿਹਨੂੰ ਇੱਕ ਵੀ ਪੈਸਾ ਨਹੀਂ ਮਿਲਦਾ ਸੀ। ਸਾਡੇ ਕੋਲ 25 ਕਰੋੜ ਰੁਪਏ ਸੀ, ਜਿੰਨੇ ਮੈਂ ਗਿਆ ਸੀ 65 ਕਰੋੜ ਛੱਡ ਕੇ ਆਇਆ ਸੀ। ਇਹੀ ਜੀ ਕੋਈ ਗੱਲ ਨਹੀਂ ਹੁੰਦੀ। ਸਵਾਲ ਹੈ ਹਾਊ ਡੂ ਯੂ ਮੈਨੇਜ ਦੀ ਫੰਡਸ। ਤੁਸੀਂ ਉਹ ਵੀ ਵੇਸਟ ਕਰੀ ਜਾਂਦੇ, ਫਿਰ ਕਰੀਓ ਕੋਈ ਡਿਬੇਟ ਫॉर ਅ ਡਿਫਰੈਂਟ ਡੇ। ਹੁਣ ਮੈਨੂੰ ਦੱਸੋ ਵੀ ਐਜੂਕੇਸ਼ਨ ਦਾ ਬਜਟ, ਕਿਉਂਕਿ ਇਹਨਾਂ ਨੇ ਤਾਂ ਲਾਈਨਾਂ ਲਾਈਆਂ ਪਈਆਂ ਨੇ, ਕਿੰਨਾ ਕੰਮ ਕੀਤਾ ਇਸੇ ਤਿਆਰ ਸਾਡੇ ਜਿਹੜਾ 17,072 ਕਰੋੜ ਦਾ ਬਜਟ ਹੈ, ਇਹਦੇ ਚੋਂ ਵੱਡਾ ਹਿੱਸਾ ਕਦੋਂ 16,000 ਕਰੋੜ ਜੀ, ਇਹ 16,000 ਕਰੋੜ ਜਿਹੜਾ ਇਹ ਸਕੂਲੀ ਸਿੱਖਿਆ ਦਾ ਜੀ। ਸਕੂਲੀ ਸਿੱਖਿਆ ਦੇ 19,500 ਸਕੂਲ ਹੈ ਸਾਡੇ ਕੋਲੇ ਸਰਕਾਰੀ ਜੀ। ਉਹ 19,500 ਸਕੂਲ ਦੇ ਵਿੱਚ ਇਹਨਾਂ ਦੀ ਹੁਣੀ ਮੈਂ ਆਰਟੀਆਈ ਚਲਾਈ ਫਿਗਰ, ਇਹ 28 ਲੱਖ ਬੱਚਾ ਪੜ੍ਹਦਾ ਹੈ। 28,87,000 ਦੀ ਉਹਨਾਂ ਨੇ ਫਿਗਰ ਦਿੱਤੀ ਹੈ। 29 ਲੱਖ ਹੀ ਹੋ ਗਏ ਬਾਕੀ। ਇਸ 29 ਲੱਖ ਬੱਚੇ ਦੇ ਵਾਸਤੇ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਯਤਨ ਕਰਿਆ, ਵੱਡੀ ਲੰਬੀ ਛਾਲ ਮਾਰੀ ਹੈ। ਜਿਵੇਂ ਪਹਿਲੀਆਂ ਸਰਕਾਰਾਂ ਵੀ ਨਵੋਦਿਆ ਵਿਦਿਆਲਿਆ, ਸਰਵੋਦਿਆ ਵਿਦਿਆਲਿਆ, ਮਾਡਰਨ ਸਕੂਲ, ਮੈਰੀਟੋਰੀਅਸ ਸਕੂਲ, ਆਦਰਸ਼ ਸਕੂਲ ਖੋਲ੍ਹ ਦਿਓ, ਇੱਦਾਂ ਦੇ ਇਹਨਾਂ ਨੇ ਕਿਹਾ ਸੀ ਸਕੂਲ ਆਫ ਐਮੀਨੈਂਸ, ਪ੍ਰਤਿਭਾਵਾਨ ਦੇ ਸਕੂਲ ਖੋਲਾਂਗੇ, ਪ੍ਰਤਿਭਾ ਵਾਲੇ। ਉਹਦੇ ਵਿੱਚ ਹਾਲਾਂਕਿ ਆਪੋਜੀਸ਼ਨ ਤਾਂ ਵੈਸੇ ਹੀ ਉਹਨਾਂ ਨੂੰ ਕ੍ਰਿਟੀਸਾਈਜ਼ ਕਰੀ ਜਾ ਰਹੀ ਹੈ, ਕਿਉਂਕਿ ਆਪੋਜੀਸ਼ਨ ਕੋਲ ਵੀ ਕੋਈ ਐਸਾ ਹੈ ਨਹੀਂ ਫੰਡਾ। ਉਹਦੇ ਵਿੱਚ ਇਹ ਕਹਿੰਦੇ 200 ਕਰੋੜ ਰੁਪਇਆ ਅਸੀਂ ਉਹ ਸਕੂਲਾਂ ਤੇ ਖਰਚ ਕਰਾਂਗੇ, ਤੇ 20 ਕਰੋੜ ਰੁਪਇਆ ਅਸੀਂ ਜਿਹੜੇ ਟੀਚਰਾਂ ਨੂੰ ਸਿੰਗਾਪੁਰ ਭੇਜਣਾ ਹੈ, ਪ੍ਰਿੰਸੀਪਲਾਂ ਨੂੰ, ਉਹ ਤੇ ਖਰਚ ਕਰਾਂਗੇ। 220 ਕਰੋੜ ਰੁਪਏ ਖਰਚ 220 ਕਰੋੜ ਰੁਪਇਆ ਕੋਈ ਖਾਸ ਗੱਲ ਨਹੀਂ। ਆਪੋਜੀਸ਼ਨ ਭੁੱਲ ਜਾਣਾ ਚਾਹੀਦਾ। ਹਾਂ, ਇਹਦੇ ਨਾਲ ਤੁਸੀਂ ਆਪਣਾ ਰਾਜੀ ਕਰ ਲਓ। ਜੋ ਤੁਸੀਂ ਕਿਹਾ ਨਾ ਵੀ ਇਹਨਾਂ ਨਾਲ ਸਿੱਖਿਆ ਦਾ ਕੁਝ ਨਹੀਂ, ਬਾਕੀ ਦੱਸੋ ਜਿਹੜੇ ਬਾਕੀ ਬਚੇ। ਹਾਂ, ਮੈਂ ਹੁਣ ਸਵਾਲ ਕਿਸ ਤੇ ਆ ਰਿਹਾ ਵੀ ਜੇ ਤੁਸੀਂ ਸਕੂਲਾਂ ਦੀ ਸਿੱਖਿਆ ਦੇ ਸੁਧਾਰ ਦੇ ਵਾਸਤੇ ਤੁਸੀਂ ਬਣਾ ਕੇ ਦਿੱਤਾ ਕਿ ਅਸੀਂ ਨਾਭ ਦੇ ਵਿੱਚ ਗੱਜ ਹੋਣਗੇ, ਤੁਸੀਂ ਜਿਹੜਾ ਹੱਬ ਸਪੋਕਸ ਕਿਹਾ ਨਾ, ਇਹ ਪੰਜਾਬੀ ਚ ਆਮ ਲੋਕ ਜਾਣਦੇ ਸੀ, ਗੱਡੇ ਦੀ ਨਾਭ ਹੁੰਦੀ ਹੈ ਵਿਚਾਲੇ, ਬੇਸਿਕਲੀ ਜਿਹੜਾ ਐਕਸਲ ਹੁੰਦਾ ਤੇ ਉਹਦੇ ਥੱਲੇ ਕਿਹੜੇ ਉਹਦੇ ਆਲੇ-ਦਾਲੇ ਹੱਬ ਐਂਡ ਸਪੋਕ ਮਾਡਲ ਨੂੰ ਕਹਿੰਦੇ ਨੇ ਜੀ। ਉਹ ਪਿੰਡਾਂ ਚ ਮਿਸਤਰੀ ਬਣਾਉਂਦੇ ਆ ਜੀ, ਹੱਬ ਦੇ ਨਾਲ ਗੱਜ ਕਹਿੰਦੇ ਨੇ ਉਹਨੂੰ। ਅੱਛਾ ਜੀ। ਅੱਗੇ ਪੁੱਠੀਆਂ ਲੱਗੀਆਂ ਹੁੰਦੀਆਂ ਨੇ। ਸੋ ਇਹ ਜਿਹੜੀ ਹੈਗੀ ਹੈ, ਇਹ ਕਹਿੰਦੇ ਅਸੀਂ ਬਣਾਉਣਾ ਚਾਹੀਦਾ।
ਇਹ ਪੁਰਾਣੀਆਂ ਸਰਕਾਰ ਤੋਂ 2000 ਤੋਂ ਇਹ ਮਾਡਲ ਦੀ ਮੈਂ ਲੈਟ ਮੀ ਆਸਕ ਯੂ ਦ ਪੋਲੀਟੀਕਲ ਕੁਐਸਚਨ ਜਿਹੜਾ ਐਜੂਕੇਸ਼ਨ ਦੇ ਬਾਰੇ ਹੈ। ਅਸੀਂ ਕੀ ਲਗਾਤਾਰ ਐਜੂਕੇਸ਼ਨ ਦੀ ਜਿਹੜੀ ਫਰੈਗਮੈਂਟੇਸ਼ਨ ਹੁੰਦੀ ਜਾ ਰਹੀ ਹੈ, ਅਸੀਂ ਪਹਿਲਾਂ ਟੀਚਰਾਂ ਦੀ ਕੀਤੀ ਹੈ, ਇੱਕ ਅਧਿਆਪਕ ਹੁੰਦੇ ਨੇ, ਫਿਰ ਸਿੱਖਿਆ ਕਰਮੀ ਹੁੰਦੇ ਨੇ, ਫਿਰ ਠੇਕੇ ਵਾਲੇ ਹੁੰਦੇ ਨੇ, ਫਲਾਣੇ ਹੁੰਦੇ ਨੇ, ਐਡਹੌਕ ਹੁੰਦੇ ਨੇ, ਵਿਜ਼ਿਟਿੰਗ ਹੁੰਦੇ ਨੇ, ਗੈਸਟ ਹੁੰਦੇ ਨੇ, ਤਮਾਸ਼ਾ ਬਣਾ ਲਿਆ ਅਸੀਂ ਤਮਾਮ ਐਡਜੰਕਟ ਫੈਕਲਟੀ ਦੀਆਂ ਸਾਰੀਆਂ ਟਰਮੀਨੋਲੋਜੀ ਨੂੰ ਯੂਜ਼ ਕਰਕੇ। ਉਹੀ ਹਾਲ ਅਸੀਂ ਸਕੂਲਾਂ ਦਾ ਕੀਤਾ। ਜਿਸ ਵੇਲੇ ਐਜੂਕੇਸ਼ਨ ਨੂੰ ਵੋਕੇਸ਼ਨਲਾਈਜ਼ ਕਰਨਾ ਸੀ, ਅਸੀਂ ਵੋਕੇਸ਼ਨਲ ਐਜੂਕੇਸ਼ਨ ਦੇ ਨਾਲ ਅਲੱਗ ਸਕੂਲ ਖੋਲ੍ਹ ਦਿੱਤੇ। ਇਹ ਹੁਣ ਇੱਕ ਫਰਦਰ ਫਰੈਗਮੈਂਟੇਸ਼ਨ ਹੈ। ਦੁਨੀਆ ਭਰ ਦੇ ਵਿੱਚ ਡਿਬੇਟ ਬਦਲ ਚੁੱਕਿਆ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਕਿਵੇਂ ਨਾਪਿਆ ਜਾ ਸਕਦਾ ਹੈ। ਦੁਨੀਆ ਨਾਨ ਕੰਪੀਟੀਟਿਵ ਤਰੀਕੇ ਲੱਭ ਰਹੀ ਹੈ ਪ੍ਰਤਿਭਾ ਨਾਪਣ ਦੇ। ਵੀ ਤੁਸੀਂ ਮੇਰੀ ਪ੍ਰਤਿਭਾ ਕਿਤੇ, ਮੇਰਾ ਮੈਥਸ ਬਹੁਤ ਅੱਛਾ ਹੈ, ਮਿਊਜ਼ਿਕ ਬਹੁਤ ਅੱਛਾ ਵਜਾਉਂਦਾ, ਉਹ ਰਾਗ ਬਹੁਤ ਵਧੀਆ ਅਲਾਪਦਾ ਹੈ, ਇਹਦੇ ਕੋਲ ਇਹਨੂੰ ਸੱਪਾਂ ਬਾਰੇ ਬਹੁਤ ਗਿਆਨ ਹੈ, ਇਹ ਚਾਰਾਂ ਨੂੰ ਤੁਸੀਂ ਆਪਸ ਵਿੱਚ ਕਿਸ ਤਰੀਕੇ ਨਾਲ ਨਾਪਣਾ? ਬਿਲਕੁਲ ਠੀਕ ਹੈ। ਜਿਹੜੀ ਸਮੱਸਿਆ ਸਾਡੀ ਹੈ, ਦਿਸ ਇਜ਼ ਪ੍ਰੋਬਲਮੈਟਿਕ ਬਾਈ ਸੈਲਫ ਬਾਈ ਡੈਫੀਨੇਸ਼ਨ। ਕਿਸੇ ਜ਼ਮਾਨੇ 'ਚ ਪ੍ਰਤਿਭਾ ਦਾ ਰਿਕਗਨੀਸ਼ਨ ਹੁੰਦੀ ਜ਼ਿਆਦਾ ਸੀ ਸਕੂਲਾਂ 'ਚ ਪੜ੍ਹਦੇ ਐਟਲੀਸਟ। ਜਿਹੜਾ ਖੇਡਾਂ 'ਚ ਉਹਦੀ ਵੀ ਸਰਕਾਰੀ ਠੱਪਾ ਫਰੈਗਮੈਂਟੇਸ਼ਨ, ਜਿਹੜਾ ਵਧੀਆ ਗੀਤ ਗਾ ਲੈਂਦਾ ਸੀ ਉਹ ਵੀ। ਇੱਥੇ ਠੱਪੇ ਹੋਰ ਤਰ੍ਹਾਂ ਲੱਗ ਰਹੇ ਨੇ। ਆਪਾਂ ਇਹ ਦੇਖੀਏ ਵੀ ਸਿੱਖਿਆ 'ਚ ਪ੍ਰੋਬਲਮ ਕਿੱਥੇ ਹੈ। ਤੁਸੀਂ ਜਿਹੜਾ 29 ਲੱਖ ਬੱਚਾ ਤੁਹਾਡੇ ਕੋਲ ਪੜ੍ਹਦਾ ਹੈ, ਉਹ 'ਚੋਂ ਤੁਸੀਂ 100 ਸਕੂਲ ਐਮਐਨਐਸ ਦਾ ਬਣਾਤਾ, ਉਹਦੇ ਆਲੇ ਦੁਆਲੇ ਦੂਜੇ ਜੋੜਤੇ। ਇਹ ਬੜੀਆਂ ਸਟੱਡੀਜ਼ ਹੋ ਚੁੱਕੀਆਂ ਐਸਪੀ ਜੀ, ਵੀ ਜਦ ਤੁਸੀਂ ਕਿਸੇ ਬਹੁਤ ਹਾਈ ਫਾਈ ਸਕੂਲ ਦੇ ਵਿੱਚ ਇੱਕ ਗਰੀਬ ਬੱਚਾ ਜਾਂਦਾ ਹੈ, ਉਹ ਜਿਹੜਾ ਮਾੜਾ ਮੋਟਾ ਪੜ੍ਹ ਸਕਦਾ ਉਹ ਵੀ ਅਸਿਮੀਲੇਸ਼ਨ ਪ੍ਰੋਬਲਮਸ ਆ ਰਹੀਆਂ ਨੇ ਜੀ। ਈਡਬਲਯੂਐਸ ਤੇ ਥੱਲੇ ਜਿਹੜੇ ਬੱਚੇ ਭੇਜੇ ਨੇ ਉਹਨਾਂ ਦੀਆਂ ਪ੍ਰੋਬਲਮਸ ਆ ਰਹੀਆਂ ਅਸਿਮੀਲੇਸ਼ਨ। ਇਹ 100 ਸਕੂਲ ਵਾਲਾ ਪ੍ਰਿੰਸੀਪਲ ਵੀ ਮੈਂ ਸਿੰਗਾਪੁਰ ਜਾ ਕੇ ਆਇਆ, ਮੇਰਾ ਸਕੂਲ ਪਰ ਇਹ ਉਹਦੀ ਗੱਲ ਸੁਣੀ ਜਾਏਗੀ। ਪੰਜਾਬ 'ਚ ਨਵੀਂ ਗੱਲ ਸ਼ੁਰੂ ਹੋ ਗਈ ਹੈ ਜੀ, ਇਹ ਸਿੰਗਾਪੁਰ ਰਿਟਰਨਡ ਹੈ, ਮੈਂ ਬੈਟਰ ਟ੍ਰੇਨਡ ਆ, ਉਹਦੀ ਗੱਲ ਸੁਣੀ ਜਾਏਗੀ। ਉਹ ਪੁੱਠੀ ਸਿੱਧੀ ਰਾਏ ਦੇ ਦੇਗਾ, ਬਿਆਨੀ ਐ ਕਰ ਦੋ ਜੀ। ਮੇਰੇ ਬੱਚੇ, ਮੇਰਾ ਬੱਚਾ ਪੜਦਾ ਹੋਵੇ ਸਕੂਲ 'ਚ ਤੇ ਉਹਦਾ ਪ੍ਰਿੰਸੀਪਲ ਨਾ ਜਾ ਪਾਵੇ ਸਿੰਗਾਪੁਰ, ਤੇ ਮੈਂ ਤੇ ਬੜਾ ਤੇ ਜਿਹੜੇ ਬੱਚੇ ਨੇ, ਕਿਉਂ ਬੱਚੇ ਜਿਹੜੇ ਨੇ ਉਹਨਾਂ ਦਾ ਕੁੰਡਾ ਹੋਈ ਜਾਣਾ ਹੈ। ਸਾਡੇ ਬੱਚਿਆਂ ਦੀ ਮੈਂ ਪ੍ਰਾਪਤੀ 'ਚ ਨਹੀਂ ਜਾਵਾਂਗਾ ਜੇ 8ਵੀਂ ਦੇ ਬੱਚਿਆਂ ਨੂੰ 55% ਨੂੰ 319 ਨੂੰ 4 ਤੇ ਤਕਸੀਮ ਨਹੀਂ ਕਰਨਾ ਆਉਂਦਾ, ਵੰਡ ਨਹੀਂ ਕਰਨੀ ਆਉਂਦੀ, ਤੇ ਜੇ 17.5% ਨੂੰ, ਇਹ ਵੱਧ ਗਏ ਹੁਣ, ਪਿੱਛੇ ਪਹਿਲਾਂ 16 ਸੀਗੇ, 17.5% ਜੀ ਮੈਂ ਦੇਖ ਰਿਹਾ ਇਸ ਸਰ ਦਾ ਜਿਹੜਾ ਡਾਟਾ ਹੈ, ਬਾਕੀ ਡਿਲੀਵਰੇਬਲਸ ਜਿਹੜੇ ਨੇ ਕਿਵੇਂ ਕਲੀਅਰ ਹੁੰਦੇ ਨੇ। ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ, ਤਾਂ ਮੈਂ ਕਿਹੜੀ ਗੱਲ ਕਰ ਰਿਹਾ ਸਿੱਖਿਆ ਦੀ? ਸਿੱਖਿਆ ਦੇ ਵਿੱਚ ਬੇਸਿਕ ਕਿਸੇ ਤੱਕ ਇਹ ਗੱਲ ਕੀਤੀ ਹੈ ਵੈਸੇ ਇਸ ਵਾਰੀ ਬਜਟ ਦੇ ਵਿੱਚ ਵੀ ਉਹਨਾਂ ਨੇ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਤੇ ਜ਼ੋਰ ਲਾ ਰਹੇ ਹਾਂ। ਉਸੇ ਤੇ ਆ ਰਿਹਾ, ਇਸ ਲਈ ਮੈਂ ਪੜ੍ਹਿਆ। ਉਹ ਕਹਿੰਦੇ ਜੀ ਅਸੀਂ ਗੁਣਵੱਤਾ ਵਾਲੀ ਸਿੱਖਿਆ ਦੇਣੀ ਹੈ। ਗੁਣਵੱਤਾ ਵਾਲੀ ਸਿੱਖਿਆ ਦੀ ਡੈਫੀਨੇਸ਼ਨ ਕੀ ਹੈ ਇਹ ਸਮਝੀਏ ਨਾ। ਉਹ ਸਕੂਲ ਆਫ ਐਮੀਨੈਂਸ, ਹਾਂ ਅੱਛਾ, ਇਹਨਾਂ ਨੂੰ ਜਿਹਦੇ ਬੱਚਿਆਂ ਦੇ ਨੰਬਰ ਜ਼ਿਆਦਾ ਆਣ, ਬੱਚੇ 100% ਨੰਬਰ ਨਾ ਬਲਕਿ ਸਿੱਖਿਆ ਦਾ ਹੋਰ ਪੱਠਾ ਬੈਠੇਗਾ। ਕਹਿੰਦੇ ਅਸੀਂ 100% ਰਿਜ਼ਲਟ ਲਿਆਉਣੇ ਨੇ। ਇਹਦੇ ਨਾਲ ਸਿੱਖਿਆ ਦਾ ਐਸੇ ਚੈਨਲ ਦੇ ਉੱਤੇ 20 ਵਾਰੀ ਡਿਸਕਸ਼ਨ ਹੋਈ ਹੈ। ਤੁਹਾਡੇ ਤੇ ਇਤਵਾਰ ਕਰੀਏ, ਇੰਨੀਆਂ ਸਾਰੀਆਂ ਅਖਬਾਰਾਂ ਮੈਨੂੰ ਕਹਿ ਰਹੀਆਂ ਨੇ ਉਹਨਾਂ ਨੇ ਕਮਾਲਾਂ ਕਰ ਦਿੱਤੀਆਂ ਨੇ ਸਿੱਖਿਆ ਜਿਨ੍ਹਾਂ ਦੀਆਂ ਹੈਡਲਾਈਨਾਂ ਆਪਸ ਵਿੱਚ ਮੈਚ ਕਰਦੀਆਂ ਨੇ। 100% ਰਿਜ਼ਲਟ ਦੇਵਾਂਗੇ, ਮਤਲਬ ਦੇ ਪਾਸ ਕਰੀਓ 100% ਰਿਜ਼ਲਟ। ਜੇ 8ਵੀਂ ਦੇ ਬੱਚਿਆਂ ਨੂੰ ਆਉਂਦਾ ਨਹੀਂ, ਸਿਖਾਉਣ ਦੀ ਗੱਲ ਨਹੀਂ। ਕਾਰਨ ਕੀ ਹੈ? ਮੇਰੀ ਬੇਨਤੀ ਹੈ ਇੱਥੇ, ਇਹ ਅਲਾਹਾਬਾਦ ਹਾਈ ਕੋਰਟ ਨੇ ਇੱਕ ਫੈਸਲਾ ਕਰਿਆ ਸੀ ਵੀ ਨਾ ਤਾਂ ਪਾਲਿਸੀ ਬਣਾਉਣ ਵਾਲੇ ਦੇ, ਨੀਤੀ ਘੜਨ ਵਾਲੇ ਦੇ ਬੱਚੇ ਉੱਥੇ ਪੜ੍ਹਦੇ ਨੇ, ਨਾ ਨੀਤੀ ਲਾਗੂ ਕਰਨ ਵਾਲੇ ਦੇ ਉੱਥੇ ਪੜ੍ਹਦੇ ਨੇ, ਨਾ ਪੜ੍ਹਾਉਣ ਵਾਲੇ ਦੇ ਪੜ੍ਹਦੇ ਨੇ। ਤੇ ਫਿਰ ਅਸ਼ਰਾਫੀਆ ਦਾ ਬੱਚਾ ਪੜ੍ਹਦਾ ਹੀ ਨਹੀਂ, ਨਾ ਐਮਐਲਏ ਦਾ ਪੜ੍ਹਦਾ, ਨਾ ਅਫਸਰ ਦਾ ਪੜ੍ਹਦਾ। ਕੋਈ ਵਾਦੀ ਵਾਰਸ ਨਹੀਂ ਹੈ। ਉਹਨਾਂ ਬੱਚਿਆਂ ਦਾ ਵਾਦੀ ਵਾਰਸ ਕਿਵੇਂ ਬਣਿਆ ਜਾਵੇ, ਉਹਨਾਂ ਨੂੰ ਕਿਵੇਂ ਚੰਗੀ ਸਿੱਖਿਆ ਦਿੱਤੀ ਜਾਵੇ ਉਹਨਾਂ ਦੀਆਂ ਹਾਲਤਾਂ 'ਚ। ਪਰ ਉਹਨਾਂ ਦਾ ਕਲੇਮ ਹੈ ਸਿੱਖਿਆ ਦੇ ਉੱਤੇ, ਦਿੱਲੀ ਦੇ ਵਿੱਚ ਵੀ ਉਹਨਾਂ ਦਾ ਕਲੇਮ ਸੀ, ਉਹਨਾਂ ਦਾ ਸਿੱਖਿਆ ਮੰਤਰੀ ਸੀਗਾ। ਅੱਜ ਕੱਲ੍ਹ ਉਹ ਪਹਿਲਾਂ ਆਪਣੇ ਪੈਸਿਆਂ ਨਾਲ ਖਾਣਾ ਖਾਂਦੇ ਸੀ, ਅੱਜ ਕੱਲ੍ਹ ਮੇਰੇ ਪੈਸਿਆਂ ਨਾਲ ਖਾ ਰਹੇ ਨੇ, ਉਹ ਤਾਂ ਸਰਕਾਰੀ ਘਰ ਗਏ ਹੋਏ ਨੇ। ਪਰ ਉਹਨਾਂ ਦਾ ਕਲੇਮ ਬੜਾ ਵੱਡਾ ਹੈ ਕਿ ਭਾਈ ਅਸੀਂ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਬੜਾ ਸਿਆਣਾ ਕਰ ਰਹੇ ਜੀ। ਤੁਸੀਂ ਬਹੁਤ ਕੁਝ ਕਰੋਗੇ। ਦਿੱਲੀ ਔਰ ਪੰਜਾਬ ਦਾ ਕੋਈ ਮੇਲ ਨਹੀਂ। ਪੰਜਾਬ 'ਚ 19,500 ਸਕੂਲ ਹੈ, ਪੰਜਾਬ 'ਚ 22 ਬੱਚਿਆਂ ਪਿੱਛੇ ਇੱਕ ਟੀਚਰ ਹੈਗਾ, ਉੱਥੇ 40 ਪਿੱਛੇ ਇੱਕ ਹੈ। ਉਹ ਇਸ਼ੂ ਬਿਲਕੁਲ ਵੱਖਰਾ ਹੈ, ਦਿੱਲੀ ਨਾਲ ਨਹੀਂ ਤੁਸੀਂ ਕੰਪੇਅਰ ਕਰ ਸਕਦੇ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਮੈਂ ਆਈ ਵਾਂਟ ਟੂ ਸਟੈਪ ਬੈਕ ਤੇ ਇਹਨਾਂ ਤਿੰਨਾਂ ਸੈਕਟਰਸ ਤੋਂ ਹਟ ਕੇ ਆਈ ਵਾਂਟ ਟੂ ਹੈਵ ਮੈਕਰੋ ਲੁੱਕ ਐਟ ਦਾ ਬਜਟ ਕਿ ਇਨ ਐਨੀ ਕੇਸ, ਕਿਉਂਕਿ ਉਹ ਇੱਕ ਟ੍ਰੈਡੀਸ਼ਨਲ ਤਰੀਕਾ ਹੁੰਦਾ ਬਜਟ ਨੂੰ ਸਮਝਣ ਦਾ। ਮੈਂ ਕਦੀ ਉਹਦੇ ਤੋਂ ਭੱਜਦਾ ਵੀ ਹਾਂ ਕਿ ਇਹਦੇ ਕੋਈ ਬਹੁਤ ਮਾਇਨੇ ਨਹੀਂ ਹੁੰਦੇ, ਪਰ ਫਿਰ ਮੈਨੂੰ ਲੱਗਦਾ ਇੱਕ ਮੈਪ ਪਕੜਿਆ ਜਾਂਦਾ, ਉਹਦੇ 'ਚ ਇੱਕ ਸਕੈਲਟਲ ਖਾਕਾ ਉਹਦੇ 'ਚ ਹੱਥ ਆ ਜਾਂਦਾ ਕਿ ਇਹ ਕਿੱਥੋਂ ਤੱਕ ਹੈ, ਤੇ ਫਿਰ ਜਿਹੜੀ ਉਹਦੀ ਪੋਲਿਟਿਕਸ ਹੈ ਉਸ ਬਜਟ ਦੀ, ਉਹਦੇ ਤੇ ਗੱਲ ਕਰਾਂਗੇ ਐਸ ਸੂਨ ਐਸ ਵੀ ਕਮ ਬੈਕ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬ ਦੇ ਬਜਟ ਦੇ ਬਾਰੇ। ਸਾਰੀਆਂ ਖਬਰਾਂ ਤੁਸੀਂ ਪੜ੍ਹ ਲਈਆਂ ਹੋਣੀਆਂ ਨੇ, ਅਖਬਾਰਾਂ ਦੇ ਵਿੱਚ ਲਗਭਗ ਸੁਰਖੀਆਂ ਇੱਕੋ ਜਿਹੀਆਂ ਨੇ। ਜਦੋਂ ਇੰਨੀ ਇੱਕ ਸੁਰਤਾ ਸੁਰਖੀਆਂ ਵਿੱਚ ਆ ਜਾਵੇ ਤੇ ਮੈਨੂੰ ਕਈ ਵਾਰੀ ਲੱਗਦਾ ਕਿ ਗੱਲ ਸੌਖੀ ਹੈ ਤੇ ਹੁਣ ਸਮਝ ਆ ਜਾਵੇਗੀ। ਉਹ ਮੁਸ਼ਕਲ ਸਿਰਫ ਇਹੀ ਹੈ ਕਿ ਡਿਬੇਟ ਦੇ ਪਹਿਲੇ 2 ਸੈਗਮੈਂਟਸ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਨੇ ਕਿਹਾ ਵੀ ਕੁਝ ਸੁਰਖੀਆਂ ਹੋਰ ਨੇ ਤੇ ਇਹ ਪਤਾ ਨਹੀਂ ਕਿਵੇਂ ਛਪ ਗਈਆਂ ਨੇ। ਇਹਨਾਂ ਸੁਰਖੀਆਂ ਦੀ ਇੱਕੋ ਹੀ ਖਾਸ ਗੱਲ ਹੈ ਕਿ ਇਹ ਸਰਕਾਰ ਦੇ ਇਸ਼ਤਿਹਾਰ ਨਾਲ ਬਿਲਕੁਲ ਮੈਚ ਕਰਦੀਆਂ ਨੇ। ਸਾਡੀ ਗੱਲਬਾਤ ਥੋੜੀ ਜਿਹੀ ਵੱਖਰੀ ਹੋ ਰਹੀ ਹੈ
ਤੇ ਮੈਨੂੰ ਲੱਗਦਾ ਜਾਂ ਤੇ ਤੁਸੀਂ ਬਹੁਤ ਗਲਤ ਹੋਵੋਗੇ ਤੇ ਜਾਂ ਬੜੇ ਠੀਕ ਹੋਵੋਗੇ। ਹੁਣ ਵਿਚਕਾਰ ਦਾ ਰਸਤਾ ਤੁਸੀਂ ਬੰਦ ਕਰ ਚੁੱਕੇ ਹੋ। ਹੁਣ ਮੈਨੂੰ ਓਵਰਆਲ ਬਜਟ ਬਾਰੇ ਦੱਸੋ, ਕਿਉਂਕਿ ਸਾਡੇ ਨਾ ਕੁਝ ਇੱਕ ਜਿਹੜਾ ਉਹ ਐਨੂਅਲ ਰਾਗ ਵੱਜਦਾ ਹੁੰਦਾ, ਸਾਲਾਨਾ ਰਾਗ, ਜਦੋਂ ਬਜਟ ਆਉਂਦਾ ਕਿ ਜੀ ਇੰਨਾ ਰੈਵਨਿਊ ਡੈਫਿਸਿਟ ਹੈ, ਇੰਨਾ ਫਿਸਕਲ ਡੈਫਿਸਿਟ ਹੈ, ਇਹ ਤੁਹਾਡੀ ਰੈਵਨਿਊ ਦੀ ਆਗਮੈਂਟੇਸ਼ਨ ਹੈ, ਇੱਥੋਂ ਅਸੀਂ ਇਨਕਮ ਵਧਾਉਣੀ ਹੈ, ਇਹ ਅਸੀਂ ਕੈਪੀਟਲ ਐਕਸਪੈਂਡੀਚਰ ਟੋਟਲ ਕਰਾਂਗੇ। ਸਾਨੂੰ ਉੱਥੋਂ ਸਮਝ ਆਉਂਦਾ ਸੀ ਵੀ ਪੈਸਾ ਆਇਆ ਕਿੰਨਾ, ਜਾਣਾ ਕਿੱਥੇ ਹੈ, ਲੱਗੇਗਾ ਕਿੱਤਾ, ਤਾਂ ਸਾਨੂੰ ਫਾਇਦਾ ਕਿੰਨਾ ਹੋਵੇਗਾ। ਹੁਣ ਮੈਨੂੰ ਦੱਸੋ ਕਿ ਇੱਕ ਤਾਂ ਮੈਂ FRBMs ਦੇ ਜਿਹੜੇ ਨੋਰਮਸ ਹੁੰਦੇ ਨੇ ਕਿ ਭਾਈ ਇਸ ਤੋਂ ਉੱਤੇ ਫਿਸਕਲ ਡੈਫਿਸਿਟ ਨਾ ਜਾਵੇ, ਇਸ ਤਰ੍ਹਾਂ ਨਾ ਹੋਵੇ, ਉਹਦੇ ਮੈਂ ਕੋਈ ਬਹੁਤ ਜ਼ਿਆਦਾ ਉਹਦਾ ਮੁਤਾਰਿਕ ਨਹੀਂ ਹੈਗਾ, ਕਿਉਂਕਿ ਜੇ ਪੈਸਾ ਲੋਕਾਂ ਦੇ ਉੱਤੇ ਲੱਗ ਰਿਹਾ ਤੇ ਡੈਫਿਸਿਟ ਵੱਧ ਵੀ ਰਿਹਾ ਤੇ ਮੈਨੂੰ ਕੋਈ ਬਹੁਤ ਫਰਕ ਨਹੀਂਗਾ। ਪਰ ਓਵਰਆਲ ਜਦੋਂ ਤੁਸੀਂ ਰੈਵਨਿਊ ਆਗਮੈਂਟੇਸ਼ਨ ਨੂੰ ਦੇਖਦੇ ਹੋ, ਕਹਿੰਦੇ ਨੇ ਸਾਡੀ ਐਕਸਾਈਜ਼ ਕਲੈਕਸ਼ਨ ਉੱਪਰ ਚਲੀ ਗਈ ਹੈ 45%, ਗੁੱਡਸ ਐਂਡ ਸਰਵਿਸਿਜ਼ ਟੈਕਸ ਸਾਡਾ GST 23% ਉੱਤੇ ਚਲਾ ਗਿਆ, ਆ ਜਿਹੜੀ ਸਟਾਂਪ ਡਿਊਟੀ ਵਗੈਰਾ ਪਾ ਕੇ ਸਟੈਂਪਸ ਰਜਿਸਟ੍ਰੇਸ਼ਨ ਕਰਦੇ ਨੇ 19-20% ਉਹ ਉੱਪਰ ਚਲੀ ਗਈ ਹੈ। ਨॉन टैक्स रेवेन्यू भी मेरे ख्याल 25 या 26% ऊपर चला गया। सो की सचमुच जे इनकम इन्नी वध रही है, जे रेवेन्यू इन्ना वध रहा है, व्हाट इज दिस मैजिक पोशन कि मैं कोई नवा टैक्स नहीं लावांगा तो मेरी इनकम इन्नी वध जाएगी, इन्नियां चोर मोरियां मैं बंद कर देतियां ने। ये स्टैंडर्ड नैरेटिव है जिहड़ा अरविंद केजरीवाल गुजरात तो लैके गोवा तो लैके पंजाब तक ये राग लापते ने, ਕੀ ਉਹਨਾਂ ਨੇ ਕਰਕੇ ਨਹੀਂ ਦਿਖਾਇਆ? ਦੇਖੋ ਨਹੀਂ SP ਜੀ, ਮੈਂ ਬਜਟ ਦੇ ਵਾਸਤੇ ਪਹਿਲਾਂ ਜੇ ਆਪਾਂ ਇਹਨੂੰ ਮੋਟੇ ਗੱਲ 'ਚ ਦੇਖੀਏ, ਜਿਹੜਾ ਐਵੇਂ ਗਲੀ 'ਚ ਤੁਰੇ ਜਾਂਦੇ ਬੰਦੇ ਨੂੰ ਸਮਝ ਆ ਜੇ, ਬਿਲਕੁਲ ਉਹ ਰੋਜ਼ ਉਹ ਵੀ ਬਜਟ ਬਣਾਉਂਦਾ ਆਪਦਾ। ਹੁਣ ਇਹਨਾਂ ਨੇ ਕੀ ਕਰਨਾ ਸੀ ਬਜਟ, ਉਹ ਇਹ ਇੱਕ ਰਸਮੀ ਐਕਸਰਸਾਈਜ਼ ਹੈ ਜਿਹੜੀ ਸਾਰੀਆਂ ਸਰਕਾਰਾਂ ਨੂੰ ਕਰਨੀ ਪੈਂਦੀ ਹੈ, ਕਿਉਂਕਿ ਕਾਨੂੰਨੀ ਜ਼ਾਬਤਾ ਹੈ ਕਿ 31 ਤਰੀਕ ਨੂੰ ਰਾਤ ਦੇ 12 ਵਜੇ ਤੋਂ ਬਾਅਦ ਇੱਕ ਪੈਸਾ ਵੀ ਨਹੀਂ ਨਿਕਲਣਾ ਜੇ ਪਾਸ ਨਹੀਂ ਹੁੰਦਾ। ਬਿਲਕੁਲ 31 ਮਾਰਚ ਤੋਂ ਬਾਅਦ। ਮੈਂ ਇਹਦੇ 'ਚ ਕਾਗਜ਼ੀ ਕਾਰਵਾਈ ਦਾ ਦੱਸ ਕੇ ਗੱਲ ਫਿਰ ਮੈਂ ਆਉਣਾ ਜੀ। ਇਹਦੇ 'ਚ ਇੱਕ ਉਹਨਾਂ ਨੇ ਕਿਹਾ ਸੀ ਮੈਟਰਨਲ ਐਂਡ ਚਾਈਲਡ ਹਸਪੀਟਲ ਖੋਲਾਂਗੇ, MCH ਹਸਪਤਾਲ ਖੋਲ੍ਹਣੇ, ਬਿਲਕੁਲ 7 ਖੋਲ੍ਹਣੇ ਨੇ। ਉਹਨਾਂ ਵਾਸਤੇ ਕਹਿੰਦੇ ਸੀ 43 ਕਰੋੜ ਰੁਪਇਆ ਰੱਖਿਆ। ਬਿਲਕੁਲ। ਦੂਜੇ ਪਾਸੇ ਕਹਿੰਦੇ ਅਸੀਂ 2 ਆਯੂਸ਼ ਦੇ ਹਸਪਤਾਲ ਖੋਲ੍ਹਣੇ ਨੇ ਜਿਨ੍ਹਾਂ ਦੀਆਂ ਬਿਲਡਿੰਗਾਂ ਬਣ ਚੁੱਕੀਆਂ, ਤੇ ਕਹਿੰਦੇ ਉਹਦੇ ਵਾਸਤੇ 18 ਕਰੋੜ 18 ਕਰੋੜ ਉਹਨਾਂ ਲਈ 9 ਕਰੋੜ ਹੋ ਗਿਆ। ਇਹ 6 ਕਰੋੜ, ਮਤਲਬ ਇਸ ਤੋਂ ਹੀ ਪਤਾ ਲੱਗਦਾ ਵੀ ਕਿ ਜਿਹਨੇ ਜੋ ਲਿਖਤਾ ਉਹ ਪਾਸ ਹੋ ਗਿਆ, ਪਹਿਲੀ ਗੱਲ। ਅੱਛਾ, ਉਹਨਾਂ ਲਈ 9 ਕਰੋੜ 9 ਕਰੋੜ ਜਿਹੜੀਆਂ ਬਿਲਡਿੰਗਾਂ ਆਲਰੇਡੀ ਬਣ ਚੁੱਕੀਆਂ, ਜਿਨ੍ਹਾਂ ਦੀਆਂ ਬਿਲਡਿੰਗਾਂ ਬਣ ਚੁੱਕੀਆਂ ਉਹਨਾਂ ਲਈ 9 ਕਰੋੜ ਹੈ। MCH ਵਿੰਗਸ ਨੇ, ਇਹ ਇਹਨਾਂ ਨੇ MCH ਵਿੰਗਸ ਹੈਗੇ ਨੇ, ਮੇਬੀ ਐਗਜ਼ਿਸਟਿੰਗ ਹਸਪਤਾਲਾਂ ਦੇ। ਸੌਟ ਆਫ ਹਸਪੀਟਲ ਤੁਸੀਂ 50 ਬੈੱਡ ਤਾਂ ਠੀਕ, ਕਿਉਂਕਿ ਜਿਨ੍ਹਾਂ ਨੇ 100 ਦੇ ਵੱਡੇ ਹਸਪਤਾਲ ਵੀ ਵੈਸੇ ਸਸਤੇ ਬਣਦੇ ਨੇ ਉੱਥੇ, ਤਾਂ ਬਹੁਤ ਸਸਤੇ ਬੰਦੇ ਨਾ ਜਿਹੜੇ ਇਹਦੇ ਵਿੱਚ, ਕਿਉਂਕਿ ਤੁਸੀਂ ਕੋਈ ਆਪਰੇਸ਼ਨ ਥੀਏਟਰ ਨਹੀਂ ਉਹਦਾ ਚਾਹੀਦਾ, ਸਾਜੋ ਸਮਾਨ ਉਹਨਾਂ ਨਹੀਂ ਚਾਹੀਦਾ, ਮਾਡਰਨ ਟੈਕਨੋਲੋਜੀ ਨਹੀਂ ਚਾਹੀਦੀ। ਹਸਪਤਾਲ ਬਣਾਉਣ ਲਈ ਜਿਹਦੀਆਂ ਬਿਲਡਿੰਗਾਂ ਬਣ ਚੁੱਕੀਆਂ ਨੇ 9 ਕਰੋੜ ਰੁਪਇਆ ਰੱਖਿਆ ਹੈ, ਤੇ ਜਿਹੜਾ MCH ਜਿੱਤੇ ਜ਼ਿਆਦਾ ਪੈਸੇ ਲੱਗਦੇ ਨੇ, ਕਿਉਂਕਿ ਇੱਥੇ ਬੱਚਿਆਂ ਨੂੰ ਵੈਂਟੀਲੇਟਰ ਚਾਹੀਦੇ ਨੇ, ਬੱਚੇ ਉਲਟੀਆਂ ਕਰਦੇ ਨੇ, ਪ੍ਰੀਮੈਚੁਰ ਹੁੰਦੇ ਨੇ, ਫਿਰ ਕੋਈ ਛੋਟੀ ਮਾਦਾ ਅੱਖਾਂ ਬੰਦ ਕਰਕੇ ਪੈ ਗਈ ਹੋਣੀ, ਕੋਈ ਗੱਲ ਨਹੀਂ। ਹੁਣ ਮੈਂ ਅਗਲੀ ਗੱਲ ਤੇ ਆਉਣਾ, ਉਹ ਇਹ ਹੈ ਵੀ ਬਜਟ ਜਦ ਬਣਾਉਣਾ ਉਦੋਂ ਨਜ਼ਰ ਕੀ ਰੱਖਣਾ ਹੈ ਮੋਟੇ ਤੌਰ ਤੇ ਜੀ। ਮੋਟੇ ਤੌਰ ਤੇ ਇਹ ਰੱਖਣਾ ਹੈ ਵੀ ਜੀ ਇੱਕ ਤਾਂ ਸਾਡਾ ਜਿਹੜਾ ਕਰਜ਼ਾ ਉਹ ਜ਼ਿਆਦਾ ਨਾ ਵਧੇ, ਅਮਰਵੇਲ ਵਾਂਗੂ ਸਾਨੂੰ ਜਕੜੇ ਨਾ ਕਰਜ਼ਾ। ਦੂਜਾ ਇਹ ਹੋਵੇ ਕਿ ਦਾੜੀ ਨਾਲ ਮੁੱਛਾਂ ਨਾ ਵਧ ਜਾਣ, ਯਾਨੀ ਕਿ ਸਾਡਾ ਵਿਆਜ ਹੀ ਨਾ ਇੰਨਾ ਹੋ ਜੇ ਕਿ ਸਾਨੂੰ ਕਰਜ਼ਾ ਮੋੜਨ ਵਾਸਤੇ, ਵਿਆਜ ਮੋੜਨ ਵਾਸਤੇ ਕਰਜ਼ਾ ਲੈਣਾ ਪਵੇ। ਤੀਜਾ ਸਾਡਾ ਇਹ ਹੁੰਦਾ ਹੈ ਵੀ ਜਿੱਥੇ ਜਿੱਥੇ ਅਸੀਂ ਆਪਦੀ ਆਮਦਨ ਨੂੰ ਵਧਾਈਏ ਤੇ ਖਰਚਾ ਨੂੰ ਘਟਾਈਏ। ਠੀਕ ਹੋ ਗਿਆ। ਹੁਣ ਆਮਦਨ ਵਧਾਉਣ 'ਚ ਅਸੀਂ ਦੇਖਦੇ ਹਾਂ ਵੀ ਕਿੱਥੋਂ ਇੱਕ ਤਾਂ ਸਾਡੀ ਭ੍ਰਿਸ਼ਟਾਚਾਰ ਨਾਲ ਆਮਦਨ ਘਟ ਰਹੀ ਹੈ, ਗੜਬੜ ਹੋ ਰਹੀ ਹੈ, ਉਹ ਇੱਕ ਅਸੀਂ ਕਿਤੇ ਉਹੀ ਵੇਸਟ ਕਰੀ ਜਾਂਦੇ ਹਾਂ, ਫਾਲਤੂ ਖਰਚਾ ਲਈ ਜਾਂਦੇ ਹਾਂ, ਉਹ ਇਹ ਦੋਨੇ ਪਾਸੇ ਕਿਤੇ ਬਜਟ 'ਚ ਇੱਕ ਲਾਈਨ ਨਹੀਂ ਤੁਹਾਨੂੰ ਲੱਭਦੀ। ਦੂਜੇ ਪਾਸੇ ਖਰਚੇ ਘਟਾਉਣ ਦੇ ਵਿੱਚ ਵੀ ਤੁਸੀਂ ਇਹ ਦੇਖਦੇ ਹੋ ਕਿ ਜਿੱਥੇ ਤੁਸੀਂ ਬਿਨਾਂ ਮਤਲਬ ਦੇ ਪੈਸਾ ਦੇਈ ਜਾਂਦੇ ਹੋ ਜਿਹਨੂੰ ਲੋੜ ਨਹੀਂ ਹੈ, ਆਸਟੈਰਿਟੀ ਮੇਜਰਸ ਕੋਲ ਉੱਥੇ ਲਿਆਓ ਤੁਸੀਂ, ਨਹੀਂ ਆਸਟੈਰਿਟੀ ਨਾ ਜਿਹਨੂੰ ਲੋੜ ਨਹੀਂ ਹੈ, ਵੇਸਟਫੁਲ ਐਕਸਪੈਂਡੀਚਰ ਬਾਅਦ ਵੇਸਟਫੁਲ ਤੁਸੀਂ ਕੋਈ ਹੱਕ ਨਹੀਂ ਉਸ ਨੂੰ, ਤੁਸੀਂ ਰੱਜੇ ਹੋਏ ਨੂੰ ਰੋਟੀਆਂ ਵੰਡੀ ਜਾਓਗੇ ਤੇ ਫਿਰ ਰੋਟੀਆਂ ਖਰਾਬ ਹੀ ਹੋਣੀਆਂ ਨੇ। ਹੁਣ ਮੈਂ ਦੱਸ ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਇਸ ਬਜਟ 'ਚ ਇਹ ਜਿਹੜਾ ਪੂਰੀ ਵੱਡੀ ਸਕੀਮ ਹੈ, ਇਹਨੂੰ ਜੇ ਮੈਂ ਭਾਰਤ ਦੇ ਮੁਕਾਬਲੇ ਦੇਖਾਂਗਾ ਤਾਂ ਨਾ ਤਾਂ ਕਰਜ਼ਾ ਪੰਜਾਬ ਜਿਵੇਂ ਜ਼ਿਆਦਾ ਹੈ, ਕਿਉਂਕਿ ਭਾਰਤ ਸਰਕਾਰ ਦਾ 45,000 ਕਰੋੜ ਦੇ ਬਜਟ ਦੇ ਵਿੱਚ 17,99,000 ਕਰੋੜ 79,000 ਕਰੋੜ ਕਰਜ਼ੇ ਰਾਹੀਂ ਆਉਣਾ, ਯਾਨੀ ਕਿ 40% ਕਰਜ਼ਾ ਲੈ ਕੇ ਪੂਰਾ ਕਰਨਾ ਹੈ। ਇਹਨਾਂ ਦਾ 1,96,000 ਕਰੋੜ ਦੇ ਵਿੱਚੋਂ ਜਿਹੜਾ ਕਰਜ਼ਾ ਲੈਣਾ ਹੈ ਤਕਰੀਬਨ ਇਹਨਾਂ ਨੇ 35-40,000 ਕਰੋੜ ਲੈਣਾ ਹੈ। ਉਹ ਕਹਿੰਦੇ ਜਿਹੜਾ ਡੈਟ ਟੂ GSDP ਰੇਸ਼ੋ ਹੈਗੀ ਹੈ ਸਾਡੀ, ਉਹ ਬੜੀ ਬਹੁਤ ਜ਼ਿਆਦਾ ਹੈਗੀ ਹੈ। ਮੈਂ ਆਉਣਾ ਉਸ ਤੇ, ਉਹ ਭਾਰਤ ਦੀ ਉਦੋਂ ਵੀ ਜ਼ਿਆਦਾ, ਭਾਰਤ ਸਰਕਾਰ ਦੀ ਉਦੋਂ ਵੀ ਜ਼ਿਆਦਾ, ਐਸਾ ਗੱਲ ਨਹੀਂ ਹੈ। ਉਹਦੇ ਵਿੱਚ ਜਿਹੜਾ ਹੈ ਕਿ ਭਾਰਤ ਸਰਕਾਰ 10 ਲੱਖ ਤੇ 99,000 ਕਰੋੜ, ਯਾਨੀ ਕਿ 11 ਲੱਖ ਕਰੋੜ
ਵਿਆਜ ਮੋੜ ਰਹੀ ਹੈ ਤੇ ਇਹਦਾ ਮਤਲਬ 20% ਵਿਆਜ 'ਚ ਹੀ ਚਲਾ ਗਿਆ 24-25%। ਇਹ ਜਿਹੜੀ ਸਰਕਾਰ ਨੇ 22,000 ਕਰੋੜ ਦਾ ਵਿਆਜ ਦਾ। ਸੋ ਇਹਦਾ ਮਤਲਬ ਬਜਟ ਦਾ ਜਿਹੜਾ ਹੈਗਾ 8ਵਾਂ ਹਿੱਸਾ ਵਿਆਜ ਤੇ ਜਾ ਰਿਹਾ, 7ਵਾਂ ਹਿੱਸਾ। ਸੋ ਇਸ ਕਰਕੇ ਇਹ ਇਸ ਪੱਖੋਂ ਤਾਂ ਹੈ, ਪਰ ਇਹ ਥੋੜਾ ਵੀ ਜੋ ਉਹਨਾਂ ਦਾ ਕਰਜ਼ਾ ਜ਼ਿਆਦਾ ਆ ਅਸੀਂ ਵੀ ਜ਼ਿਆਦਾ ਆਪਦਾ ਵਧਾਉਣਾ, ਅਸੀਂ ਬਗਾਨੀ ਸ਼ਾਹ ਤੇ ਮੁੱਛਾਂ ਨਹੀਂ ਬਣਾਉਣੀਆਂ, ਅਸੀਂ ਆਪਦਾ ਦੇਖਣਾ, ਆਪਦਾ ਹੁਣ ਅਸੀਂ ਕਿਵੇਂ ਕਰਨਾ, ਸਾਡਾ ਕਰਜ਼ਾ ਕਿੱਥੋਂ ਆ ਰਿਹਾ ਇਹਨੂੰ ਦੇਖਣ ਦੀ ਲੋੜ ਹੈ, ਬੱਚਤ ਕਿੱਥੇ ਕਰਨੀ ਸੀ। ਪਿਛਲੇ ਸਾਲ ਇਹਨਾਂ ਦਾ ਜਿਹੜਾ ਰੈਵਨਿਊ ਕਲੈਕਸ਼ਨ ਸੀ, ਟੈਕਸ ਰੈਵਨਿਊ 45,535 ਕਰੋੜ ਸੀ ਜੀ, ਪਰ ਇਹਨਾਂ ਦਾ ਤਨਖਾਹਾਂ ਔਰ ਪੈਨਸ਼ਨਾਂ ਤੇ 46,500 ਕਰੋੜ ਸੀ ਖਰਚਾ। ਸੋ ਜੇ 46,500 ਦਾ ਬਜਟ ਸੀ, ਅਜੇ ਉਦੋਂ ਬਾਅਦ ਤਾਂ ਹੋਰ ਵੀ ਹੋ ਗਿਆ। ਸੋ ਜੇ ਤੁਹਾਡਾ ਟੋਟਲ ਟੈਕਸ ਰੈਵਨਿਊ ਜਿੰਨਾ ਆ ਰਿਹਾ ਹੈ ਉਹ ਟੋਟਲ ਤੁਸੀਂ 4 ਲੱਖ ਪਰਿਵਾਰਾਂ ਨੂੰ 6 ਲੱਖ ਮੁਲਾਜ਼ਮ ਤੇ ਪੈਨਸ਼ਨਰ ਨੂੰ ਦੇਈ ਜਾਂਦੇ ਹੋ ਤਾਂ ਕਿਤੇ ਗੜਬੜ ਹੈ। ਇਹਦਾ ਮਤਲਬ ਬਾਕੀ ਨੂੰ ਤੁਸੀਂ ਕੀ ਦਿਓਗੇ? ਤੇਲ ਤੇ ਪਾਣੀ ਪਹੁੰਚਣਾ। ਯਾਦ ਹੈ ਵੀ ਇਹਨਾਂ ਨੇ ਜੇ ਓਪੀਐਸ ਦੀਆਂ ਗੱਲਾਂ ਕਰਨੀਆਂ ਨੇ ਤਾਂ ਮਤਲਬ 올ਡ ਪੈਨਸ਼ਨ ਸਕੀਮਾਂ ਵੀ ਉਹ ਅਗਲੀਆਂ ਨੇ ਵੀ ਅਸੀਂ 6% ਹੀ ਦਿੱਤਾ, ਇਹਦੇ 'ਚ ਵੀ ਜ਼ੋਰ ਲਾਇਆ ਹੋਇਆ। ਇਹਦਾ ਮਤਲਬ ਤੁਸੀਂ ਇੱਕ ਪਾਸੇ ਗਾਹਾਂ ਉਹਦੇ 'ਚ ਵੀ ਇਹ ਪੈਨਸ਼ਨ ਤਨਖਾਹ 'ਚ ਕੀ ਹੈ, ਉਹਦੇ ਵਿੱਚੋਂ ਕਾਫੀ ਸਾਰੇ ਮੁਲਾਜ਼ਮ 36,000 ਮੁਲਾਜ਼ਮ ਉਹ ਹੈ ਜਿਹੜਾ ਜਾਂ ਠੇਕੇ ਤੇ ਹੈ ਜਾਂ ਠੇਕੇਦਾਰ ਰਾਹੀਂ ਹੈ, ਜਿਹਨੂੰ ਐਵੇਂ 5-10 ਹਜ਼ਾਰ ਦਿੱਤਾ ਜਾ ਰਿਹਾ ਹੈ। ਡਾਕਟਰ ਸਾਹਿਬ ਆਈ ਐਮ ਸਕਿਪਿੰਗ ਦਾ ਫਿਗਰਸ ਨਾਓ। ਹੁਣ ਮੈਨੂੰ ਇੱਕ ਗੱਲ ਇਹ ਦੱਸੋ, ਇੱਕ ਬਿਆਨੀਆ ਪੰਜਾਬ ਸਰਕਾਰ ਦਾ ਲਗਾਤਾਰ ਹੈ ਔਰ ਉਹਦੇ ਤੇ ਸੂਬੇ ਦੇ ਵਿੱਚ ਲਗਭਗ ਸਹਿਮਤੀ ਹੈ ਕਿ ਅਸੀਂ ਕਰਜ਼ੇ ਦੇ ਥੱਲੇ ਦੱਬੀ ਸਟੇਟ ਆ, ਸਾਡੀ ਮਦਦ ਕਰੋ ਵੱਡੇ ਲੈਵਲ ਦੇ ਉੱਤੇ। ਜਦੋਂ ਤੁਹਾਡਾ ਇਹ ਬਿਆਨੀਆ ਹੋਵੇ ਤਾਂ ਤੁਹਾਡਾ ਦੂਸਰਾ ਬਿਆਨੀਆ ਇਮੀਡੀਏਟਲੀ ਨਾਲ ਹੀ ਇਹ ਕਿਸ ਤਰ੍ਹਾਂ ਹੁੰਦਾ ਹੈ ਕਿ ਮੈਂ ਕੋਈ ਨਵਾਂ ਟੈਕਸ ਨਹੀਂ ਲਾ ਰਿਹਾ, ਮੇਰੀ ਇਨਕਮ ਬਹੁਤ ਜ਼ਿਆਦਾ ਵੱਧ ਗਈ ਹੈ, ਮੈਂ ਸਾਰੇ ਸ਼ੋਬਿਆਂ ਨੂੰ, ਹੈਲਥ ਨੂੰ, ਐਗਰੀਕਲਚਰ ਨੂੰ, ਐਜੂਕੇਸ਼ਨ ਨੂੰ ਮੈਂ ਹੋਰ ਜ਼ਿਆਦਾ ਪੈਸੇ ਦੇ ਰਿਹਾ ਤੇ ਪੰਜਾਬ ਖੁਸ਼ਹਾਲੀ ਦੀ ਰਾਹ ਦੇ ਉੱਤੇ ਗਮਜ਼ਨ ਹੈ। ਦੋਨਾਂ ਵਿੱਚੋਂ ਇੱਕ ਜਿਹੜਾ ਬਿਆਨੀਆ ਉਹ ਪੋਲੀਟੀਕਲ ਸੈਂਸ ਮੇਕ ਕਰਦਾ ਹੁੰਦਾ ਹੈ। ਯੂ ਕੀਪ ਦਾ ਮੈਸੇਜਿੰਗ ਵੈਰੀ ਕਲੀਅਰ। ਪੋਲੀਟੀਕਲੀ ਇਸ ਗੱਲ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਕਿ ਤੁਸੀਂ ਕੰਟਰੀ ਨੂੰ ਆਪਣੀ ਸਟੇਟ ਬਾਰੇ ਮੈਸੇਜ ਕੀ ਦੇ ਰਹੇ ਹੋ। ਕੀ ਅਸੀਂ ਵਿਕਟਮ ਦਿਖਾਈ ਵੀ ਦਿੰਦੇ ਹਾਂ ਹਿੰਦੁਸਤਾਨ ਨੂੰ ਜੇ ਅਸੀਂ ਇਹ ਗੱਲਾਂ ਕਰਾਂਗੇ ਕਿ ਅਸੀਂ ਤਾਂ ਇੰਨੀਆਂ ਤਰੱਕੀ ਹੋਈ ਪਈ ਹੈ, ਤਾਂ ਐਜੂਕੇਸ਼ਨ, ਐਗਰੀਕਲਚਰ ਸਾਰੇ ਪਾਸੇ ਬਾਰੇ ਨਿਆਰੇ ਹੋਏ ਪਏ ਨੇ, ਟੈਕਸ ਨਵਾਂ ਲਾਉਣ ਦੀ ਲੋੜ ਹੀ ਨਹੀਂ ਹੈ, ਤੇ ਫਿਰ ਅਸੀਂ ਕਰਜ਼ੇ ਥੱਲੇ ਦੱਬੀ ਹੋਈ ਸਟੇਟ ਆ। ਤੇ ਉਹ ਟੈਕਸ ਦੀ ਜਿਹੜੀ ਫਿਗਰ ਹੈ ਉਹ 3,47,000 ਕਰੋੜ ਜਾ ਕੇ ਟੱਚ ਕਰੇਗੀ ਫਿਸਕਲ ਈਅਰ ਐਂਡ ਹੁੰਦਿਆਂ ਦੇ ਆਸ-ਪਾਸ, ਮਤਲਬ ਕਿ 45-46% ਆਫ GSDP ਅਸੀਂ ਜਾ ਰਹੇ ਹਾਂ। ਦੇਖੋ ਯੂ ਥਿੰਕ ਪੋਲੀਟੀਕਲੀ ਇਟ ਮੇਕ ਸੈਂਸ? ਹਾਂ, ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਪਹਿਲੀ ਗੱਲ ਇਹ ਹੈ ਵੀ ਬੰਦੇ ਨੂੰ ਦੱਸ ਦੇਣਾ ਚਾਹੀਦਾ ਯਾਰ ਮੇਰੇ ਕੋਲ ਕਮਜ਼ੋਰ ਆ, ਮੈਂ ਮੇਰੇ ਕੋਲ ਹੈ ਨਹੀਂ। ਆਈ ਡੋਨਟ ਲੁੱਕ ਲਾਈਕ ਅ ਵਿਕਟਮ ਨਾ। ਇਸ ਤੋਂ ਬਾਅਦ ਇਹ ਵਿਕਟਮ ਇਹ ਜਿਹੜਾ ਇਸ਼ਤਿਹਾਰ ਹੈ ਇਹ ਵਿਕਟਮ ਦਾ ਇਸ਼ਤਿਹਾਰ ਨਹੀਂ ਹੈ ਨਾ ਸਰ। ਹਾਂ, ਇਹ ਕੋਈ ਵਿਕਟਮ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਕਰਜ਼ੇ ਥੱਲੇ ਦੱਬਿਆ ਹੋਇਆ। ਇਹ ਸਾਰੇ ਦੇਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਛਪੇ ਨੇ, ਪੰਜਾਬੀ ਦੇ ਵਿੱਚ ਛਪੇ ਨੇ। ਇਹ ਤਾਂ ਦੇਸ਼ ਨੂੰ ਦੱਸਦੇ ਨੇ ਵੀ ਅਸੀਂ ਤਾਂ ਖੁਸ਼ਹਾਲ ਏਡੇ ਹੋਏ ਪਏ ਹਾਂ। ਇਹ ਜਿਹੜਾ ਆਪਾਂ ਥੋੜੀ ਜਿਹੀ ਗੱਲ ਇਹਨੂੰ ਜਿਹੜੇ ਅਰਥਚਾਰੇ ਦੇ ਹਿਸਾਬ ਨਾਲ ਪੋਲੀਟੀਕਲ ਇਕੋਨਮੀ, ਸਿਆਸੀ ਅਰਥਤਾ ਦੇ ਹਿਸਾਬ ਨਾਲ ਜਦ ਅਸੀਂ ਦੇਖਾਂਗੇ, ਟੈਕਸ ਨਾ ਲਾਉਣਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਤੋਂ ਟੈਕਸ ਲਿਆ ਨਹੀਂ ਜਾ ਰਿਹਾ। ਨਵਾਂ ਟੈਕਸ ਲਾਉਣਾ, ਤੁਸੀਂ ਨਵਾਂ ਟੈਕਸ ਕਿਸੇ ਚੀਜ਼ ਪਹਿਲਾਂ ਕਿਉਂਕਿ ਸਾਰਿਆਂ ਦੇ ਟੈਕਸ ਲਾਇਆ ਹੋਇਆ ਤੇ ਬਜਟ ਆਉਣ ਤੋਂ ਪਹਿਲਾਂ ਹੀ ਤੁਸੀਂ ਪੈਟਰੋਲ ਡੀਜ਼ਲ ਤੇ ਲਾਤਾ ਵੇਟ ਹੋਰ, ਜੇ ਤੁਸੀਂ ਹੋਰ ਲਾਤਾ ਫਿਰ ਟੈਕਸ ਲਾ ਹੀ ਦਿੱਤਾ ਨਾ। ਬਜਟ ਹੀ ਕਹਤਾ ਨਹੀਂ ਲਾਇਆ, ਟੈਕਸ ਤਾਂ ਲਗਾਤਾਰ ਲੱਗਦੇ ਹੀ ਰਹਿੰਦੇ, ਟੈਕਸ ਐਕਚੁਅਲੀ ਸਾਰਾ ਸਾਲ ਲੱਗਦੇ ਰਹਿੰਦੇ ਨੇ ਜੀ। ਤੁਹਾਨੂੰ ਪਤਾ ਹੀ ਇੱਥੇ ਵੀ ਚਰਚਾ ਹੋਈ ਸੀ ਵੀ ਥੱਲੇ ਵਾਲਾ 50% 64% ਟੈਕਸ ਦੇ ਰਿਹਾ GST। ਸੋ ਜਿਹੜਾ GST ਵੱਧ ਰਿਹਾ ਉਹ ਤਾਂ 64% ਤਾਂ ਗਰੀਬ ਤੋਂ ਆ ਰਿਹਾ ਜਿਹਦੇ ਘਰੇ ਰੋਟੀ ਨਹੀਂ ਪੱਕਦੀ। ਸੋ ਇਸ ਕਰਕੇ ਟੈਕਸ ਦੀ ਲੋੜ ਕੀ ਹੁੰਦੀ ਹੈ? ਡਿਫਰੈਂਸ਼ੀਅਲ ਰੇਟ। ਸਬਸਿਡੀ ਦੀ ਲੋੜ ਵੀ ਡਿਫਰੈਂਸ਼ੀਅਲ ਰੇਟ ਹੁੰਦੀ ਹੈ ਕਿ ਜਿਹਦੇ ਕੋਲ ਜ਼ਿਆਦਾ ਆਮਦਨ ਹੈ ਉਹ ਤੋਂ ਜ਼ਿਆਦਾ ਟੈਕਸ ਲਓ, ਜਿਹਦੇ ਕੋਲ ਘੱਟ ਹੈ ਉਹ ਤੋਂ ਘੱਟ ਲਓ, ਜਿਹਦੇ ਕੋਲ ਹੈ ਨਹੀਂ ਉਹਨੂੰ ਦਿਓ ਹੋਰ। ਦੇਰ ਆਰ ਥਿੰਗਸ। ਇੰਨੀ ਲੰਬੀ ਸਪੀਚ ਦੇ ਬਾਵਜੂਦ ਵੀ ਉਹਦੇ ਵਿੱਚ ਕੁਝ ਚੀਜ਼ਾਂ ਲਈ ਸਮਾਂ ਨਹੀਂ ਬਚਿਆ ਹੋਏਗਾ। ਮੈਂ ਇਹੀ ਕਾਰਨ ਹੋ ਸਕਦਾ, ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਪੰਜਾਬ ਦੇ ਫਾਈਨੈਂਸ ਮਿਨਿਸਟਰ ਹੋਣ ਤੇ ਆਪਣੀਆਂ ਧੀਆਂ ਨੂੰ ਭੁੱਲ ਜਾਣ ਆਸ਼ੀਰਵਾਦ ਦੇਣਾ। ਇਹ ਤਾਂ ਕੋਈ ਸਿਆਣਾ ਆਦਮੀ, ਸਾਊ ਆਦਮੀ ਕਰ ਹੀ ਨਹੀਂ ਸਕਦਾ। ਮੈਨੂੰ ਲੱਗਦਾ ਸਮੇਂ ਦੀ ਘਾਟ ਕਾਰਨ 51,000 ਰੁਪਏ ਉਹਨਾਂ ਨੇ ਪੰਜਾਬ ਦੀ ਹਰ ਉਸ ਸ਼ੈਡਿਊਲਡ ਕਾਸਟ ਜਾਂ ਇਕਨੋਮਿਕਲੀ ਬੈਕਵਰਡ ਸੈਕਸ਼ਨ ਚੋਂ ਜਾਂ ਉਹਦੇ ਵਿੱਚੋਂ ਬੈਕਵਰਡ ਕਲਾਸਿਸ ਦੇ ਵਿੱਚੋਂ ਹਰ ਧੀ ਨੂੰ ਦੇਣਾ ਸੀਗਾ ਵਿਆਹ ਦੇ ਉੱਤੇ। ਪਹਿਲਾਂ 21,000 ਦਿੰਦੇ ਸੀਗੇ, ਫਿਰ ਉਹਨਾਂ ਨੇ ਕਿਹਾ ਵੀ 51,000 ਦਾ ਆਸ਼ੀਰਵਾਦ ਦਈਏ, 21,000 ਦਾ ਸ਼ਗਨ ਚੰਗਾ ਨਹੀਂ ਲੱਗਦਾ। ਉਹ ਇਹਨਾਂ ਨੇ ਇੱਕ ਸਿੰਗਲ ਬੇਟੀ ਨੂੰ ਨਹੀਂ ਦਿੱਤਾ, 10 ਮਹੀਨਿਆਂ ਦੇ ਏਰੀਅਰਸ ਪਏ ਨੇ ਤੇ ਇਹਦੇ ਲਈ ਇੱਕ ਸਿੰਗਲ ਪੈਸਾ ਵੀ ਨਹੀਂ ਰੱਖਿਆ। ਇੱਕ ਇਹ ਸਰਕਾਰ ਨੇ ਕੰਮ ਕਰਨੇ ਹੁੰਦੇ ਨੇ ਜਿਹਦੇ 'ਚ ਸਰਕਾਰ ਬਹੁਤ ਅੱਛਾ ਕੰਮ ਕਰਦੀ ਹੈ ਇਸ਼ਤਿਹਾਰ ਦੇਣ ਦੇ ਵਿੱਚ। ਪਿਛਲੇ ਸਾਲ 750 ਕਰੋੜ ਰੁਪਇਆ ਰੱਖਿਆ ਸੀਗਾ, ਇਸ ਵਾਰੀ ਇਹਦੇ 'ਚ ਇੱਕ 750 ਕਰੋੜ ਖਰਚਿਆ
ਬਜਟ ਦੇ ਵਿੱਚ ਇੱਕ ਪੈਸਾ ਵੀ ਨਹੀਂ ਰੱਖਿਆ। ਸੋ ਇਹਦਾ ਮਤਲਬ ਹੈ ਵੀ ਇਹ ਜਿੰਨੀਆਂ ਗੱਲਾਂ ਆਪਾਂ ਕੀਤੀਆਂ ਨੇ ਵੀ ਹੈਲਥ ਲਈ ਇੰਨੇ, ਐਗਰੀਕਲਚਰ ਲਈ ਇੰਨੇ, ਟਿਊਬਵੈਲਾਂ ਲਈ ਇੰਨੇ, ਸਕੂਲਾਂ ਲਈ ਇੰਨੇ, ਸਕੂਲ ਆਫ ਐਮੀਨੈਂਸ ਲਈ ਇੰਨੇ, ਉਹ ਫਿਰ ਜਦੋਂ ਇਸ਼ਤਿਹਾਰ ਲੱਗਣਗੇ ਫਿਰ ਉਹ ਵਿੱਚੋਂ ਮਾਈਨਸ ਹੋਣਗੇ। ਆਪਾਂ ਇਹੀ ਮੰਨ ਕੇ ਚੱਲੀਏ ਸਾਰੇ ਮਹਿਕਮਿਆਂ ਚੋਂ ਪੈਸੇ ਸਾਰੇ ਮਹਿਕਮਿਆਂ ਦੇ ਵਿੱਚੋਂ ਉਹ ਫਿਰ ਲੋਕ ਆਪਣੇ ਹਿਸਾਬ ਹਿਸਾਬ ਨਾਲ ਸੈਕਟਰੀ ਹੋਰ ਕਿਉਂ ਭੱਜ ਗਿਆ ਸੀ, ਕਹਿੰਦਾ ਤੁਸੀਂ 30 ਕਰੋੜ ਦੇ ਕਲੀਨਿਕ ਖੋਲਣੇ ਨੇ, 10 ਕਰੋੜ ਦੇ ਇਸ਼ਤਿਹਾਰ ਦੇ ਜਾਂਦੇ 30 ਕਰੋੜ ਦੇ ਕਲੀਨਿਕ ਖੋਲ ਕੇ 10 ਕਰੋੜ ਦਾ ਇਸ਼ਤਿਹਾਰ ਦੇ ਰਹੇ ਹੋ। ਸੈਕਟਰੀ ਸਾਹਿਬ ਦੀ ਥੋੜੀ ਹਿੰਮਤ ਘੱਟ ਹੋਏਗੀ, ਵੈਸੇ ਬੜੀ ਹਿੰਮਤ ਵਾਲੇ ਸੈਕਟਰੀ ਪਏ ਨੇ ਤਾਂ ਹੀ ਏਡੇ ਇਸ਼ਤਿਹਾਰ ਆ ਰਹੇ ਨੇ। ਹੁਣ ਮੈਨੂੰ ਇਹ ਦੱਸੋ, ਇੱਕ ਤਾਂ ਤੁਸੀਂ ਥੱਕ ਗਏ ਗੱਲਾਂ ਕਰਦੇ ਆ ਪਿਛਲੇ, ਮੈਂ 20 ਸਾਲ ਤੋਂ ਤੁਹਾਨੂੰ ਜਾਣਦਾ, 20 ਸਾਲ ਤੋਂ ਇੱਕ ਰਾਗ ਨਹੀਂ ਤੁਸੀਂ ਛੱਡਦੇ ਵਜਾਣਾ ਕਿ ਉਹ 73ਵੀਂ ਤੇ 74ਵੀਂ ਜਿਹੜੀ ਸੰਵਿਧਾਨ ਦੀ ਸੋਧ ਹੈ ਤੇ ਜਿਹੜੀ ਗ੍ਰਾਮ ਸਭਾ ਹੋਣੀ ਹੈ ਤੇ ਜਿਹੜੇ ਮਨਰੇਗਾ ਦੇ ਮਜ਼ਦੂਰਾਂ ਨੂੰ ਉਸ ਸਕੀਮ ਦੇ ਥੱਲੇ ਰਾਹਤ ਮਿਲਣੀ ਹੈ, ਉਹ ਹੁਣ ਮੈਨੂੰ ਇਹ ਦੱਸੋ ਵੀ ਆਪਾਂ ਤੇ ਬੈਠੇ ਆ 30ਵੀਂ ਐਨੀਵਰਸਰੀ ਦੇ ਵਿੱਚ, 93 ਦੇ ਵਿੱਚ ਉਹ ਪਾਸ ਹੋਇਆ ਸੀ ਤੇ 2023 ਆ ਗਿਆ, ਆ ਮਹੀਨੇ ਬਾਅਦ ਫੀਤਾ ਕੱਟ ਕੇ ਇਹਨਾਂ ਨੇ ਵੀ ਦਿਨ ਮਨਾਣਾ ਹੀ ਹੋਏਗਾ ਨਾ। ਤੇ ਉਹਦੇ ਲਈ ਜਿਹੜਾ 2010 ਦੇ, ਮੈਂ ਇੱਥੇ ਤੁਹਾਡਾ ਆਰਟੀਕਲ ਦੇਖ ਰਿਹਾ ਸੀਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ, ਬਲਕਿ ਤੁਸੀਂ ਬਜਟ ਤੋਂ ਇੱਕ ਦਿਨ ਪਹਿਲਾਂ ਲਿਖਿਆ ਆਰਟੀਕਲ, ਤੇ ਉਹਦੇ ਵਿੱਚ ਤੁਸੀਂ ਕੁਝ ਸਵਾਲ ਪੁੱਛੇ ਨੇ। ਮੈਨੂੰ ਇਹ ਦੱਸੋ, ਮੈਂ ਇੱਥੇ ਤੁਹਾਡਾ ਆਰਟੀਕਲ ਨਾ ਲੈ ਕੇ ਆਇਆ ਸੀਗਾ ਕਿਉਂਕਿ ਉਹ ਬੜਾ ਜ਼ਰੂਰੀ ਪੀਸ ਸੀਗਾ। ਉਹਦੇ ਵਿੱਚ ਤੁਸੀਂ ਇਹ ਪੁੱਛਿਆ ਕਿ 2010 ਤੋਂ ਲੈ ਕੇ ਜਦੋਂ ਤੋਂ ਕਾਨੂੰਨ ਪਾਸ ਹੋਇਆ, ਇੱਕ ਨਿਯਮ ਅਸੀਂ ਰੂਲਸ ਨਹੀਂ ਬਣਾਏ, ਜੇ ਰੂਲਸ ਉਹ ਬਣ ਜਾਣ ਤਾਂ ਜਿੰਨੇ ਵੀ ਲੋਕਾਂ ਨੂੰ ਮਨਰੇਗਾ ਥੱਲੇ ਰੁਜ਼ਗਾਰ ਨਹੀਂ ਮਿਲ ਸਕਿਆ ਉਹਨਾਂ ਨੂੰ ਭੱਤਾ ਮਿਲਣਾ, ਤੇ ਉਹ ਭੱਤਾ ਜਿਹੜਾ ਉਹ ਇਸ ਵੇਲੇ ਸੈਂਕੜੇ ਕਰੋੜਾਂ ਦਾ ਹੋ ਜਾਣਾ, ਮੈਨੂੰ ਲੱਗਦਾ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਜਾ ਪੈਣਾ। ਜੇ ਐਗਰੀਕਲਚਰ ਵਾਲੇ ਬਜਟ ਦੇ ਵਿੱਚ ਮੈਂ ਉਹ ਵੀ ਪਾ ਦਿਆਂ ਤੇ ਪੰਜਾਬ ਦੀ ਖੇਤੀਬਾੜੀ ਲਈ 1 ਰੁਪਈਆ ਇਸ ਬਜਟ ਦੇ ਵਿੱਚ ਨਹੀਂ ਬਚਦਾ। ਤੁਸੀਂ ਆਪਣੇ ਆਰਟੀਕਲ ਵਿੱਚ ਲਿਖਿਆ ਵੀ ਹੁਣ ਇਹ ਦੇਖਾਂਗੇ ਵੀ ਕੱਲ ਬਜਟ ਪੇਸ਼ ਹੋਣਾ, ਕਿਉਂਕਿ ਤੁਸੀਂ ਬਜਟ ਤੋਂ ਇੱਕ ਦਿਨ ਪਹਿਲਾਂ ਲਿਖਿਆ ਸੀ, ਤੁਸੀਂ ਕਿਹਾ ਕੱਲ ਬਜਟ ਪੇਸ਼ ਹੋਣਾ ਤੇ ਮੈਂ ਇਹ ਦੇਖਾਂਗਾ ਵੀ ਕੌਣ ਕੌਣ ਇਹ ਸਵਾਲ ਪੁੱਛਦਾ। ਤੁਹਾਨੂੰ ਕੋਈ ਦੱਸਿਆ ਤੇ ਨਹੀਂ ਸਵਾਲ ਪੁੱਛਦਾ? ਨਹੀਂ ਦੱਸਿਆ, ਪਰ ਮੈਂ ਬਜਟ ਦੇ ਵਿੱਚੋਂ ਵੀ ਮਾਈਨਸ ਹੀ ਦੱਸੇ ਨੇ। ਛੋਟੀ ਮੋਟੀ ਜੀ ਗੱਲ ਜਿਹੜੀ ਪੋਲੀਟੀਕਲ ਇਕਨੋਮੀ ਦੀ ਕਰਦੇ ਸੀ, ਤੁਸੀਂ ਕੀ ਕਰਨਾ ਹੈ, ਤੁਸੀਂ ਲੋਕਾਂ ਨੂੰ ਐਮਪਲੋਇਮੈਂਟ ਜਨਰੇਟ ਕਰਨੀ ਹੈ ਜੀ, ਤੁਸੀਂ ਆਪਦਾ ਟੈਕਸ ਰੈਵਨਿਊ ਵਧਾਉਣਾ ਬਿਨਾਂ ਟੈਕਸ ਲਾਏ ਜੀ। ਮੈਂ ਆਣਾ ਇਸ ਗੱਲ ਤੇ, ਤੁਸੀਂ ਜਿਹੜਾ ਬਿਨਾਂ ਟੈਕਸ ਲਾਏ ਵੱਧ ਸਕਦਾ ਹੈ, ਤੁਸੀਂ ਅਨਐਮਪਲੋਇਮੈਂਟ ਦੂਰ ਕਰਨੀ ਹੈ, ਬਿਨਾਂ ਟੈਕਸ ਰੈਵਨਿਊ ਜਨਰੇਟ ਕਰਨਾ ਹੈ, ਯਾਨੀ ਕਿ ਮਾਲੀਆ। ਤੁਸੀਂ ਆਪਦਾ ਸਮਾਨ, ਆਪਦੀ ਇੰਡਸਟਰੀ, ਆਪਦੀ ਖੇਤੀ, ਆਪਦੀਆਂ ਦੁਕਾਨਾਂ, ਇਹਨਾਂ ਦਾ ਫੜਾ ਕਰਨਾ ਹੈ ਤਾਂ ਕਿ ਲੋਕ ਆਪਦਾ ਸੈਲਫ ਇੰਪਲਾਇਡ ਹੁਣ। ਉਹਦੇ ਵਾਸਤੇ ਕੀ ਹੈ ਕਿ ਤੁਹਾਡੇ ਸਮਾਨ ਵਿਕੇ, ਜਿੰਨਾ ਵੀ ਸਮਾਨ ਸਾਜ ਕੱਚਾ ਮਾਲ, ਪੱਕਾ ਮਾਲ ਵਿਕਣਾ ਚਾਹੀਦਾ, ਉਹ ਵਿਕੂ ਕਰ ਜਦ ਲੋਕਾਂ ਕੋਲ ਪੈਸਾ ਹੋਏਗਾ। ਹੁਣ ਜੇ ਤੁਸੀਂ ਜਿਹੜੇ 32 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਜਿਹੜੇ ਮਨਰੇਗਾ ਦਾ ਕਾਰਡ ਬਣਾਉਣ ਦੇ ਅਨਟਾਈਟਲਡ ਨੇ, ਜੇ ਤੁਸੀਂ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਦੋਗੇ, 12,000 ਕਰੋੜ ਰੁਪਈਆ ਤੁਹਾਡੇ ਕੋਲ ਕੇਂਦਰ ਚੋਂ ਆਉਣਾ ਹੈ, ਜਿਹ ਚੋਂ 2,500 ਕਰੋੜ ਰੁਪਈਆ ਤੁਹਾਡਾ ਟੈਕਸ ਉਹਨੂੰ, ਕਿਉਂਕਿ ਤਾਂ ਸਾਰਾ ਸਮਾਨ ਖਰੀਦਣਾ ਹੀ ਹੈ ਉਹਨਾਂ ਦਾ। ਇਦਾਂ ਹੀ ਤੁਸੀਂ ਕਹਿੰਦੇ ਹੋ ਅਸੀਂ ਪੈਨਸ਼ਨਾਂ 33,60,000 ਨੂੰ ਇਹਦੇ 'ਚ ਲਿਖਿਆ ਹੈ, 33,60,000 ਨੂੰ ਕਰੀਬ ਪੈਨਸ਼ਨ ਦੇਣੀ ਹੈ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ। ਉਹ ਵਿਚਾਰੇ ਸਾਰੇ ਸੱਚੀ ਮੁੱਚੀ ਲੱਖ ਕੁ ਹੋਏਗਾ ਜਿਹੜਾ ਖਰਾਬ, ਜਿਵੇਂ ਇਹਨਾਂ ਨੇ ਕਿਹਾ ਵੀ ਹੈ ਮੰਤਰੀ ਜੀ ਨੇ, ਪਰ ਉਹ 33 ਲੱਖ ਤੋਂ 32 ਲੱਖ ਰਹਿ ਗਿਆ। ਉਹ 32 ਲੱਖ ਪੌਣੇ 33 ਲੱਖ ਰਹਿ ਗਿਆ, ਕਿਉਂਕਿ 33,60,000 ਉਹਦੇ ਵਿੱਚ ਜੇ ਤੁਸੀਂ 2500 ਕਰਦੇ ਹੋ 1000 ਤੋਂ 1500 ਤੋਂ, ਤੁਹਾਨੂੰ ਸਾਰਾ ਹੀ 3000 ਕਰੋੜ ਦੇਣਾ ਪੈ ਰਿਹਾ, ਤੇ ਉਹ ਸਾਰਾ 3000 ਕਰੋੜ ਇਮੀਡੀਏਟ ਦੀ ਮਾਰਕੀਟ ਵਿੱਚ ਆ ਜਾਏਗਾ, ਮਾਰਕੀਟ ਚ ਆ ਜਾਏਗਾ। ਤੇ ਨਾਲ ਉਹਨਾਂ ਨੇ ਸਾਰੇ ਬੈਂਕਾਂ 'ਚ ਨਹੀਂ ਜਮ੍ਹਾਂ ਕਰਾ ਜਾਣਾ, 600 ਕਰੋੜ ਰੁਪਇਆ ਪਰਿਵਾਰ ਨੇ, 600 ਕਰੋੜ ਰੁਪਇਆ ਤੁਹਾਨੂੰ ਜੀਐਸਟੀ ਵੀ ਆਏਗਾ, ਉਹ ਚੋਂ ਵਧ ਗਿਆ ਨਾ ਜੀਐਸਟੀ ਆਪੇ। ਉਹਦੇ ਚੋਂ ਟੈਕਸੇਸ਼ਨ ਆਏਗੀ, ਉਹ ਪੈਸਾ ਇਕਨੋਮੀ ਚ ਆਏਗਾ। ਹਾਂ, ਜਦ ਮਨਰੇਗਾ ਦਾ ਮਜ਼ਦੂਰ ਸਮਾਨ ਖਰੀਦੇਗਾ, ਜਦ ਇਹ ਜਿਹੜੀ 30 ਲੱਖ ਬੀਬੀ ਹੈ ਜਾਂ ਬਜ਼ੁਰਗ ਹੈ ਇਹ ਸਮਾਨ ਖਰੀਦੇਗਾ ਤੇ ਸਮਾਨ ਬਾਜ਼ਾਰ ਚੋਂ ਖਰੀਦੇਗਾ ਤਾਂ ਦੁਕਾਨਾਂ ਵਧਣਗੀਆਂ, ਤਾਂ ਲੋਕਾਂ ਦਾ ਕੱਚਾ ਮਾਲ ਵਧੇਗਾ, ਤਾਂ ਪੱਕਾ ਮਾਲ ਵਧੇਗਾ। ਇਹਦੇ ਨਾਲ ਸਪਿਨ ਆਫ ਕਹਿੰਦੇ ਆਪਾਂ ਇਹਨੂੰ, ਇਹਦਾ ਅਸਰ। ਹੁਣ ਇਹ ਕੀ ਕਰਦੇ ਨੇ, ਇੱਕ ਲਾਈਨ ਚ ਭਾਰਤ ਸਰਕਾਰ ਵੀ ਇਹੀ ਕਰ ਰਹੀ ਹੈ ਵੀ ਇਹ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹਨੂੰ ਪੈਸਾ ਦੇ ਦਿੰਦੇ ਨੇ, ਉਹ ਤਾਂ ਉਹਨਾਂ ਦਾ ਖਰਚਣਾ ਹੀ ਨਹੀਂ, ਉਹਨਾਂ ਦਾ ਬੈਂਕ 'ਚ ਰੱਖਣਾ। ਇੱਕ ਜਿਹੜਾ ਜਿਹਨੂੰ ਪਹਿਲਾਂ ਹੀ 3 ਲੱਖ ਰੁਪਏ ਤਨਖਾਹ ਦਾ ਮਿਲਦਾ ਹੈ, ਉਹਨੂੰ ਤੁਸੀਂ ਹੋਰ ਦੇ ਦੇ ਪੈਸੇ, ਉਹਨੇ ਕਿੰਨੇ ਹੋਰ ਸੂਟ ਸਵਾ ਲੂ, ਕਿੰਨੇ ਹੋਰ ਘਰ ਬਣਾ ਲੂ, ਕਿੰਨੇ ਹਵਾਈ ਜਹਾਜ਼ਾਂ ਸਫ਼ਰ ਕਰ ਲੂ, ਕਿੰਨੇ ਹੋਟਲਾਂ 'ਚ ਚਲਾ ਜਾਊਗਾ, ਕਿੰਨੇ ਉੱਥੇ ਰੰਗ ਰੋਗਨ ਕਰਾ ਲੂਗਾ, ਕਿੰਨੇ ਫਲ ਹੋਰ ਖਾ ਲੂਗਾ। ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਦਿਓ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਜਾ ਕੇ ਸਮਾਨ ਖਰੀਦਣਾ ਹੈ, ਉਹ ਪੈਸਾ ਬੈਂਕਾਂ 'ਚ ਨਹੀਂ ਰੱਖਣਾ। ਉਹਦੇ ਨਾਲ ਤੁਹਾਡਾ ਅਰਥਚਾਰਾ ਬਿਨਾਂ ਟੈਕਸ ਦੇ, ਭੁੱਲ ਗਏ ਕਿਧਰੇ, ਬਿਨਾਂ ਨਵਾਂ ਟੈਕਸ ਭੁੱਲ ਗਏ ਕਿਧਰੇ। ਫਾਈਨੈਂਸ ਮਿਨਿਸਟਰ ਬੜੇ ਬਿਜ਼ੀ ਨੇ, ਸਪੀਚ ਬੜੀ ਲੰਬੀ ਸੀਗੀ, ਸ਼ਾਇਦ ਸਮਾਂ ਨਹੀਂ ਰਿਹਾ ਹੋਵੇਗਾ, ਭੁੱਲ ਗਏ ਹੋਣਗੇ। ਚੰਗੀਆਂ ਗੱਲਾਂ ਕਈ ਵਿੱਚੋਂ ਛੱਡ ਦਿੱਤੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਫਾਈਨਲੀ ਹੁਣ ਪੰਜਾਬ ਨੂੰ ਬਣਿਆ ਬਹੁਤ ਸਮਾਂ ਹੋ ਗਿਆ, ਅਸੀਂ ਹੁਣ ਇਹਦੀ ਇੱਕ ਐਗਰੀਕਲਚਰ ਪਾਲਿਸੀ ਵੀ ਬਣਾਵਾਂਗੇ। ਇਹ ਅੱਛੀ ਇੰਟੈਂਸ਼ਨ ਹੈ। ਇਹ ਵੈਸੇ ਇਹਦੇ ਤੇ ਹੋਰ ਵਿਸ਼ਵਾਸ ਆ ਜਾਂਦਾ ਜੇ ਉਹ ਪੰਜਾਬ ਦਾ ਕੋਈ ਖੇਤੀਬਾੜੀ ਦਾ ਡਾਇਰੈਕਟਰ ਵੀ ਨਿਯੁਕਤ ਕਰ ਦਿੰਦੇ,
ਉਹ ਬੜੇ ਹੋਰ ਬਥੇਰੇ ਦੇਦੇ ਪਏ ਨੇ ਅਜੇ ਤਾਂ ਅਜੇ ਤਾਂ ਬਹੁਤ ਸਾਰੀਆਂ ਪੋਸਟਾਂ ਤੇ ਆ ਇੱਕ ਚੰਗੀ ਖਬਰ ਜ਼ਰੂਰ ਜਿਹੜੀ ਉਹਨਾਂ ਨੇ ਦੱਸਣ ਦੀ ਨਹੀਂ ਕੀਤੀ ਖੇਚਲ ਕਿ ਇਹ ਐਕਟ ਦਾ ਨਾਮ ਸੁਣੋ, ਜਾਂ ਚੰਗਾ ਕਾਨੂੰਨ ਆਵੇ ਤਾਂ ਉਹਦਾ ਜ਼ਿਕਰ ਹੋਣਾ ਚਾਹੀਦਾ। पंजाब पौंडेदार बूटेमार डोलीदार इंसार म्यादी मुकर्ररीदार मंडीमार पनाही कदमी सौंजीदार ਜਾਂ ਤਰੱਦਦਕਾਰ ਮਲਕੀਤੀ ਅਧਿਕਾਰ ਬਿੱਲ 2020 ਇਹ ਕਾਨੂੰਨ ਦਾ ਨਾਮ ਹੈ, ਜਿਹੜਾ ਪੰਜਾਬ ਦੀ ਅਸੈਂਬਲੀ ਨੇ ਪਾਸ ਕੀਤਾ ਸੀਗਾ 3 ਸਾਲ ਪਹਿਲਾਂ। ਹੁਣ ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਰਾਸ਼ਟਰਪਤੀ ਦੀ ਸਹੀ ਪੈਣ ਤੋਂ ਬਾਅਦ 11,200 ਤੋਂ ਵੱਧ ਕਾਸ਼ਤਕਾਰ ਜਿਹੜੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਜ਼ਮੀਨਾਂ ਦੇ ਉੱਤੇ ਖੇਤੀ ਕਰਦੇ ਆਏ ਨੇ, ਜਿਨ੍ਹਾਂ ਦੇ ਉੱਤੇ ਉਹਨਾਂ ਦੀ ਮਾਲਕੀ ਦਾ ਕੋਈ ਹੱਕ ਨਹੀਂ ਸੀ, ਉਹ ਹੁਣ ਉਸ ਦੇ ਮਾਲਕ ਬਣ ਜਾਣਗੇ। ਇਹ ਇੱਕ ਚੰਗਾ ਫੈਸਲਾ ਹੈ। ਸਰਕਾਰ ਨੇ ਸ਼ਾਇਦ ਤਾਂ ਜ਼ਿਕਰ ਨਹੀਂ ਕੀਤਾ ਕਿ ਇਹ ਤਾਂ ਪਿਛਲੀ ਸਰਕਾਰ ਨੇ ਕੀਤਾ ਸੀ ਤੇ ਰਾਸ਼ਟਰਪਤੀ ਨੇ ਹੁਣ ਸਹੀ ਪਾਈ ਹੈ, ਪਰ ਚੰਗੀ ਚੀਜ਼ ਨਹੀਂ, ਪਰ ਕਹਿ ਸਕਦੇ ਸੀ ਨਹੀਂ ਕਹਿ ਸਕਦੇ ਸੀ ਕਿ ਇਹ ਫੈਸਲਾ ਤਾਂ ਹੋ ਗਿਆ, ਅਸੀਂ ਲਾਗੂ ਵੀ ਠੀਕ ਕਰਾਂਗੇ। ਨਹੀਂ ਸਮਾਂ ਮਿਲਿਆ ਹੋਏਗਾ, ਸਪੀਚ ਬੜੀ ਲਾਗੂ ਠੀਕ ਕਰਾਂਗੇ, ਸਪੀਚ ਬੜੀ ਲੰਬੀ ਸੀ। ਨਾਲੇ ਜੁਗਲਬੰਦੀ ਦੇ ਵਿੱਚ ਫਰਕ ਪੈ ਜਾਂਦਾ, ਜਿਹੜੀ ਇਸ਼ਤਿਹਾਰਾਂ ਤੇ ਖਬਰਾਂ ਦੇ ਵਿਚਕਾਰ ਜਿਹੜੀ ਜੁਗਲਬੰਦੀ ਹੈ ਉਸ ਦੇ ਵਿੱਚ ਇਹਦੇ ਨਾਲ ਵੈਸੇ ਪਹਿਲਾਂ ਨਾਲੋਂ ਘੱਟ ਲੰਬੀ ਸੀ ਸਪੀਚ, ਤੁਸੀਂ ਪਹਿਲਾਂ ਹੀ ਸੁਣਦੇ ਤਾਂ। ਜਿਹੜੇ ਇਹ ਇਸ਼ਤਿਹਾਰਾਂ ਤੇ ਖਬਰਾਂ ਦੀ ਇੱਕ ਸੁਰਤਾ ਆਈ ਹੈ, ਜਿਹੜਾ ਇਤਫਾਕ ਹੋਇਆ, ਇਹ ਵੀ ਬੜਾ ਖੂਬਸੂਰਤ ਹੈ, ਹੁਸੈਨ ਇਤਫਾਕ ਹੈ। ਐਵੇਂ ਸਾਡੇ ਵਰਗਾ ਪ੍ਰੋਗਰਾਮ ਸੁਣਦੇ ਹੋ ਤੇ ਕੋਈ ਖਲਬਲੀ ਜੀ ਦਿਲ ਵਿੱਚ ਉਤਪੰਨ ਹੁੰਦੀ ਹੈ, ਇਹਨਾਂ ਨੂੰ ਪੜ੍ਹਦੇ ਰਹੋਗੇ, ਉਸ ਤਰ੍ਹਾਂ ਦਾ ਟੀਵੀ ਦੇਖਦੇ ਰਹੋਗੇ, ਜ਼ਿੰਦਗੀ ਹਸੀਨ ਰਹੇਗੀ, ਪੰਜਾਬ ਤਰੱਕੀ ਦੀ ਰਾਹ ਤੇ ਗਾਮਜ਼ਨ ਰਹੇਗਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।